ਹਾਲੇਲੂਇਆ, ਪ੍ਰੇਜ਼ ਦ ਲੋਰਡ। ਹੁਣ ਤੇਰੀ ਪਾਕ ਪਵਿੱਤਰ ਜ਼ਰੂਰੀ ਵਿੱਚ ਅੱਜ ਦਿਨ ਜਿਹੜਾ ਉਹਦੇ ਲਈ ਮੈਂ ਤੇਰਾ ਧੰਨਵਾਦ ਕਰਦੀ ਹਾਂ ਕਿ ਸਾਨੂੰ ਮੌਕਾ ਦਿੱਤਾ ਕਿ ਅਸੀਂ ਇੱਕ ਵਾਰੀ ਫਿਰ ਤੇਰੇ ਸਾਹਮਣੇ ਰੂਬਰੂ ਇੱਕ ਵਚਨ ਲੈ ਕੇ ਆ ਰਹੇ ਹਾਂ ਤੇ ਉਹ ਵਚਨ ਹੈਗਾ ਅਸੀਂ ਜੈਲਸੀ ਦੇ ਬਾਬਤ ਸਿੱਖਣਾ ਹੈ ਕਿ ਜੈਲਸੀ ਕੀ ਆ। ਈਰਖਾ, ਜਿਹਨੂੰ ਦੂਸਰੇ ਲਫ਼ਜ਼ਾਂ ਦੇ ਵਿੱਚ ਜੈਲਸੀ ਵੀ ਕਿਹਾ ਜਾਂਦਾ, ਅਸੀਂ ਅੱਜ ਦੀ ਬਾਬਤ ਸਿੱਖਣਾ। ਅਸੀਂ ਜ਼ਬੂਰ 73 ਦੀ ਦੂਸਰੀ ਤੇ ਤੀਸਰੀ ਆਇਤ ਦੇਖਣ ਲੱਗਿਆ, ਜਿਹਦੇ ਵਿੱਚ ਕਿ ਜੈਲਸੀ ਦਾ ਥੋੜਾ ਜਿਹਾ ਸਾਨੂੰ ਐਕਸਪਲੇਨੇਸ਼ਨ ਮਿਲਦਾ। ਜ਼ਬੂਰ 73 ਦੀ ਦੂਸਰੀ ਤੇ ਤੀਸਰੀ ਆਇਤ, ਪਰ ਮੈਂ ਜੋ ਹਾਂ ਮੇਰੇ ਪੈਰ ਤਿਲਕਣ ਲੱਗੇ ਹਨ, ਤਿਲਕ ਕੇ ਫਿਸਲਣ ਲੱਗੇ ਹਨ। ਜਦੋਂ ਮੈਂ ਦੁਸ਼ਟਾਂ ਦਾ ਸੁਲੱਖਣ ਹੋਣਾ ਦੇਖਿਆ ਤਾਂ ਮੈਂ ਉਹਨਾਂ ਹੰਕਾਰੀਆਂ ਉੱਤੇ ਖੁਣਸ ਕੀਤੀ, ਹੰਕਾਰੀਆਂ ਉੱਤੇ ਖੁਣਸਪੁਣਾ ਕੀਤਾ, ਖੁਣਸ ਕੀਤੀ। ਆਸਿਫ, ਇਹ ਜ਼ਬੂਰ ਦਾ ਰਚਨਹਾਰਾ ਆਸਿਫ ਹੈ, ਜਿਹੜਾ ਕਿ ਖੁਦਾ ਵਿੱਚ ਯਕੀਨ ਰੱਖਣ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਸਾਨੂੰ ਆਪਣੀ ਜ਼ਿੰਦਗੀ ਵਿੱਚ ਖੁਣਸ ਦੇ ਨਾਲ ਯਕੀਨ ਰੱਖਣ ਵਾਲਾ ਵੀ ਮਾਲੂਮ ਹੁੰਦਾ ਹੈ। ਉਹ ਉਹਨਾਂ ਉੱਤੇ ਈਰਖਾ ਕਰਦਾ ਹੈ ਜੋ ਖੁਦਾ ਵਿੱਚ ਯਕੀਨ ਨਹੀਂ ਕਰਦੇ, ਪਰ ਸਾਰਾ ਯਕੀਨ ਧਨ ਦੌਲਤ ਹਾਸਲ ਕਰਨ ਉੱਤੇ ਲਾਉਂਦੇ ਹਨ। ਅੱਜ ਵੀ ਅਸੀਂ ਉਸੇ ਤਰ੍ਹਾਂ ਦੇ ਮਸੀਹਾਂ ਨੂੰ ਵੇਖਦੇ ਹਾਂ। ਕਈ ਲੋਕ ਕ੍ਰਿਸਚੀਅਨ ਮਸੀਹ ਘਰ ਦੇ ਵਿੱਚ ਪੈਦਾ ਹੋਏ ਹਨ ਜੋ ਅਮੀਰੀ ਹਾਸਲ ਕਰਦੇ ਹਨ, ਪਰ ਉਹ ਬਹੁਤ ਖੁਣਸ ਵੀ ਕਰਦੇ ਹਨ, ਕਿਉਂਕਿ ਕੰਪਲੇਨ ਕਰਨਾ, ਸ਼ਿਕਾਇਤ ਕਰਨਾ ਕਿ ਬੇਯਕੀਨੇ ਲੋਕਾਂ ਦੀ ਜ਼ਿੰਦਗੀ ਵਿੱਚ ਅਮੀਰੀ ਹੈ, ਪੈਸਾ ਧੇਲਾ ਹੈ, ਐਸ਼ੋ ਆਰਾਮ ਤੇ ਖੁਸ਼ੀ ਹੈ, ਤੇ ਉਹ ਸਭ ਕੁਝ ਅਸੀਂ ਪਰਮੇਸ਼ਰ ਦੀ ਮਰਜ਼ੀ ਵਿੱਚ ਰਾਸਤਬਾਜ਼ੀ 'ਚ ਕਰਦੇ ਹਾਂ, ਤੇ ਫਿਰ ਵੀ ਅਸੀਂ ਉਹਨਾਂ ਵਾਂਗੂ ਅਮੀਰ ਤਰੀਨ ਨਹੀਂ। ਇਹੀ ਕਾਰਨ ਹੈ ਕਿ ਕਈ ਵਾਰੀ ਲੋਕ ਧੋਖਾ ਖਾ ਕੇ, ਠੇਡਾ ਖਾ ਕੇ ਪਰਮੇਸ਼ਰ ਦੀ ਸੱਚ ਤੇ ਉਹਦੇ ਸੁੱਚਮ ਤੇ ਯਕੀਨ ਤੋਂ ਦੂਰ ਹੋ ਜਾਂਦੇ ਹਨ। ਅਸੀਂ ਇਸੇ ਜ਼ਬੂਰ 73 ਦੀ 4 ਤੇ 5ਵੀਂ ਆਇਤ ਦੇਖਦੇ ਹਾਂ। ਉਹਨਾਂ ਦੀ ਮੌਤ ਵਿੱਚ ਤਾਂ ਪੀੜ ਨਹੀਂ ਹੁੰਦੀ, ਕਿਉਂਕਿ ਉਹਨਾਂ ਦਾ ਸਰੀਰ ਮੋਟਾ ਹੈ ਅਤੇ ਉਹਨਾਂ ਦਾ ਹੋਰਨਾਂ ਆਦਮੀਆਂ ਵਾਂਗੂ ਉਹਨਾਂ ਉੱਤੇ ਵਿਪਤਾ ਨਹੀਂ ਪੈਂਦੀ। ਇਸੇ ਲਈ ਤਾਂ ਘੁਮੰਡ ਦੀ ਜੰਜੀਰੀ ਉਹਨਾਂ ਦੇ ਗਲੇ ਵਿੱਚ। ਤੇ ਅਸੀਂ ਦੇਖਿਆ ਕਿ ਇਸੇ ਜ਼ਬੂਰ ਦੇ ਵਿੱਚ ਅੱਗੇ ਜਾ ਕੇ 4 ਤੇ 5ਵੀਂ ਆਇਤ ਵਿੱਚ ਉਹ ਉਹਨਾਂ ਦੀ ਮੌਤ ਦਾ ਵੀ ਜ਼ਿਕਰ ਕਰਦਾ ਹੈ ਕਿ ਉਹਨਾਂ ਦੀ ਤਾਂ ਜਿਹੜੀ ਮੌਤ ਆ ਉਹਦੇ ਵਿੱਚ ਵੀ ਪੀੜ ਨਹੀਂ ਹੁੰਦੀ, ਕਿਉਂਕਿ ਉਹਨਾਂ ਦਾ ਸਰੀਰ ਖਾ ਪੀ ਕੇ ਬਹੁਤ ਮੋਟਾ ਹੋਇਆ ਹੈ ਤੇ ਉਹਨਾਂ ਦੇ ਉੱਤੇ ਮਤਲਬ ਗਰੀਬੀ ਨਾਂ ਦੀ ਵਿਪਤਾ ਵੀ ਨਹੀਂ ਪੈਂਦੀ, ਤੇ ਹੰਕਾਰ ਜਿਹੜਾ ਹੈ ਉਹ ਉਹਨਾਂ ਦੇ ਗਲੇ ਦੀ ਤਸੁਹੱਪਣ ਬਣਿਆ ਹੋਇਆ ਜੰਜੀਰੀ ਦੇ ਰੂਪ ਵਿੱਚ। ਇੱਥੇ ਅਸੀਂ ਦੇਖਦੇ ਕਿ ਉਹ ਕਹਿੰਦਾ ਹੈ, ਉਹ ਸੋਚਦਾ ਕਿ ਉਹਨਾਂ ਦੀ ਕਿਸਮਤ ਚੰਗੀ ਹੈ। ਇੱਥੇ ਨਾ ਸਾਨੂੰ ਲੱਗਦਾ ਹੈ ਕਿ ਆਸਿਫ ਸੋਚਦਾ ਹੈ ਕਿ ਉਹ ਲੋਕੀ ਜਿਹੜੇ ਨਹੀਂ ਯਕੀਨ ਕਰਦੇ ਉੱਤੇ ਉਹਨਾਂ ਨੂੰ ਨਹੀਂ ਆਉਂਦੀ, ਪਰ ਸਾਨੂੰ ਇੱਥੇ ਅਸੀਂ ਦੇਖਦੇ ਕਿ ਆਸਿਫ ਨੂੰ ਉਹਨਾਂ ਦੀ ਅਮੀਰ ਲੋਕਾਂ ਦੀ ਕਿਸਮਤ ਬਾਰੇ, ਜਿਹੜੇ ਕਿ ਬੇਯਕੀਨੇ ਲੋਕ ਹਨ, ਉਹਨਾਂ ਨੂੰ ਉਹਨਾਂ ਦੀ ਰੂਹਾਨੀਅਤ ਬਾਰੇ ਦਰਅਸਲ ਕੋਈ ਸਮਝ ਨਹੀਂ, ਕਿਉਂਕਿ ਉਹਨੂੰ ਉਸ ਦੀ ਬੇਸਮਝੀ ਨਜ਼ਰ ਆਉਂਦੀ। ਹਾਲਾਂਕਿ ਉਹਦਾ ਖੁਦਾ ਦੇ ਉੱਤੇ ਇੰਨਾ ਯਕੀਨ ਹੈ ਕਿ ਉਹਦਾ ਜਿਹੜਾ ਬਚਨ ਆ ਉਹ ਬਾਣੀ ਦੇ ਵਿੱਚ ਦਰਜ ਹੈ, ਕਿਉਂਕਿ ਸੱਚਾਈ ਕੁਝ ਫਰਕ ਦੀ ਹੁੰਦੀ ਹੈ। ਫਿਰ ਆਪਾਂ ਇਸੇ ਆਇਤ ਨੂੰ ਆਪਾਂ ਦੁਬਾਰਾ ਦੇਖੀਏ ਕਿ ਉਹਦੇ ਇਸ ਲਈ ਤਾਂ ਘੁਮੰਡ ਉਹਨਾਂ ਦੇ ਗਲੇ ਦੀ ਜੰਜੀਰੀ ਹੈ, ਪਰ ਉਸ ਤੋਂ ਬਾਅਦ ਜਦੋਂ ਅਸੀਂ 16 ਤੇ 17 ਆਇਤ ਚਲੇ ਜਾਂਦੇ ਹਾਂ ਨਾ, 73 ਜ਼ਬੂਰ ਦੀ 16ਵੀਂ ਤੇ 17ਵੀਂ ਆਇਤ ਤੇ ਜਾਂਦੇ ਹਾਂ, ਤੇ ਫਿਰ ਦੇਖਦੇ ਹਾਂ ਕਿ ਉਹ ਕੁਛ ਹੋਰ ਰੰਗ ਬਿਆਨ ਕਰਦਾ, ਕਿ ਫਿਰ ਸਾਫ਼ ਉਹ ਕਹਿੰਦਾ ਹੈ ਕਿਉਂਕਿ ਸੱਚਾਈ ਕੁਝ ਫਰਕ ਹੁੰਦੀ ਹੈ। ਉਹ ਆਪਾਂ ਇਹਨੂੰ ਜਦੋਂ 16ਵੀਂ ਤੇ 17ਵੀਂ ਆਇਤ ਵਿੱਚ ਦੇਖਣਾ ਹੈ, ਜਦੋਂ ਉਸਨੇ ਇਸ ਨੂੰ ਸਮਝ ਕੀਤਾ ਹੈ ਤੇ ਅੱਖਾਂ ਜਿਹੜੀਆਂ ਉਹਦੀਆਂ ਕੁਛ ਹੋਰ ਦੇਖ ਲੈਂਦੀਆਂ ਹਨ, ਤੇ ਫਿਰ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਐਪਲ ਤੇ ਔਰੰਜ, ਜਾਂ ਕਹਿ ਲਓ ਕਿ ਅਮਰੂਦ ਤੇ ਅੰਬ, ਦੋ ਚੀਜ਼ਾਂ ਨੂੰ ਮਿਕਸ ਕਰੀ ਜਾਂਦਾ ਹੈ ਤੇ ਦੋ ਚੀਜ਼ਾਂ ਦੇ ਫਰਕ ਦਾ ਨਹੀਂ ਪਤਾ, ਜਿੱਦਾਂ ਉਹਨਾਂ ਦੋਨਾਂ ਚੀਜ਼ਾਂ ਦਾ ਜਿਹੜਾ ਟੇਸਟ ਆ ਉਹ ਫਰਕ ਆ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਦੋਨਾਂ ਦਾ ਰੰਗ ਫਰਕ ਆ, ਦੋਨਾਂ ਦੀ ਸੁਭਾਅ ਦੀ ਟੈਕਸਚਰ ਫਰਕ ਆ। ਇਸੇ ਤਰ੍ਹਾਂ ਸਾਨੂੰ ਉਹਨਾਂ ਦੇ ਗੁਣ ਤੇ ਔਗਣ, ਉਹਨਾਂ ਦੇ ਵਿੱਚ ਜੋ ਵੀ ਪ੍ਰੋਪਰਟੀ, ਉਹ ਵੀ ਫਰਕ ਆ। ਤੇ 16ਵੀਂ ਤੇ 17ਵੀਂ ਅੱਜ ਕੀ ਕਹਿੰਦਾ, ਧਰਤੀ ਵਿੱਚ ਇਹਦੀ 16ਵੀਂ ਤੇ 17ਵੀਂ ਅੱਜ ਕਹਿੰਦਾ, ਮੈਂ ਜਦੋਂ ਇਸ ਨੂੰ ਸਮਝਣ ਦੀ ਸੋਚ ਕੀਤੀ ਤਾਂ ਮੇਰੀ ਨਿਗਾਹ ਵਿੱਚ ਬਹੁਤ ਔਖਾ ਮਾਲੂਮ ਹੋਇਆ। ਮੈਂ ਮਤਲਬ ਦੱਸਦਾ ਕਿ ਮੈਂ ਜਦੋਂ ਇਹਨੂੰ ਸਮਝਣ ਦੀ ਸੋਚ ਕੀਤੀ ਤਾਂ ਉਹ ਮੇਰੀ ਨਿਗਾਹ ਵਿੱਚ ਬਹੁਤ ਔਖਾ ਮਾਲੂਮ ਹੋਇਆ, ਜਦੋਂ ਤੱਕ ਮੈਂ ਪਰਮੇਸ਼ਰ ਦੇ ਹਜ਼ੂਰ ਪਵਿੱਤਰ ਅਸਥਾਨ ਵਿੱਚ ਨਾ ਗਿਆ, ਉਦੋਂ ਤੱਕ ਮੈਂ ਉਹਨਾਂ ਦਾ ਅੰਤ ਨਾ ਸਮਝਿਆ। ਸੱਚਮੁੱਚ ਤੂੰ ਉਹਨਾਂ ਨੂੰ ਤਿਲਕਣੀਆਂ ਥਾਵਾਂ ਵਿੱਚ ਰੱਖਦਾ ਹੈ ਤੇ ਉਹਨਾਂ ਨੂੰ ਉਹਨਾਂ ਦੀ ਹੀ ਬਰਬਾਦੀ ਵਿੱਚ ਸੁੱਟ ਦੇਣਾ ਹੈ। ਤੋ ਛਿਨ ਮਾਤਰ ਵਿੱਚ ਕਿਹੋ ਜਿਹੇ ਉਜੜ ਗਏ, ਉਹ ਮੁੱਕ ਗਏ, ਉਹ ਭੈਜੜ ਵਾਂਗੂ ਮਿਟ ਹੀ ਗਏ। ਇੱਥੇ ਇਹ 16ਵੇਂ 17ਵੇਂ ਤੇ 18ਵੇਂ
19ਵੇਂ ਜਿਹੜਾ ਹੈਗਾ ਆ ਆਇਤ ਉਹਦੇ ਵਿੱਚ ਆ ਕੇ ਐਕਚੁਅਲੀ ਸਮਝਦਾ ਆ ਕਿ ਉਹਨਾਂ ਦਾ ਹੁਣ ਅਸੀਂ ਐਕਚੁਅਲੀ ਕੁਝ ਚੀਜ਼ਾਂ ਜਿਹੜੀਆਂ ਅੱਜ ਇਹਦੇ ਤੋਂ ਅਸੀਂ ਦੇਖ ਰਹੇ ਹਾਂ ਕਿ ਬਿਲਕੁਲ ਕਈ ਵਾਰੀ ਉਹ ਦੇਖਣ ਨੂੰ ਦੋਨੋਂ ਇੱਕੋ ਜਿਹੇ ਲੱਗਦੇ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਤਲਬ ਅਚਾਰੀ ਐਪਲ ਜਿਹੜੇ ਬਿਲਕੁਲ ਗ੍ਰੀਨ ਹੁੰਦੇ ਆ, ਕੁਕਿੰਗ ਐਪਲ ਜਿਨ੍ਹਾਂ ਨੂੰ ਵੀ ਕਿਹਾ ਜਾਂਦਾ, ਤੇ ਦੂਸਰੇ ਕਈ ਵਾਰੀ ਉਹਨਾਂ ਦਾ ਰੰਗ ਦੋਨੋਂ ਦਾ ਗ੍ਰੀਨ ਨਹੀਂ ਹੁੰਦਾ ਪਰ ਟੇਸਟ ਦੋਨੋਂ ਦਾ ਬਹੁਤ ਫਰਕ ਹੁੰਦਾ ਹੈ ਨਾ। ਅਸੀਂ ਕਹਿੰਦੇ ਕਿ ਇਹ ਲੋਕੀ ਮਤਲਬ ਇਹਨਾਂ ਨੂੰ ਜਿਹੜੀਆਂ ਜ਼ਿੰਦਗੀ ਦੇ ਲਾਭਦਾਇਕ ਮਿਲਦੇ ਆ ਉਹ ਸਾਨੂੰ ਦੋਨਾਂ ਦੀ ਨੇਚਰ ਫਰਕ ਹੈ। ਰਾਸਤਬਾਜ਼ ਤੇ ਬੁਰੇ ਤੇ ਖਚਰੇ ਵਿੱਚ ਫਰਕ ਹੁੰਦਾ ਹੈ। ਹੁਣ ਦੋਵੇਂ ਇੱਕੋ ਜਿਹੇ ਅਸੂਲਾਂ ਦੀ ਪਾਲਣਾ ਨਹੀਂ ਕਰਦੇ। ਰਾਸਤਬਾਜ਼ ਜਾਣਦਾ ਹੈ ਕਿ ਪਰਮੇਸ਼ਰ ਦੀ ਮਰਜ਼ੀ ਦੇ ਖਿਲਾਫ ਕੋਈ ਵੀ ਸਲਾਹ ਧੋਖੇਬਾਜ਼ੀ ਦੀ ਜਦੋਂ ਦਿੰਦਾ ਹੈ ਤੇ ਉਹਦਾ ਅੰਦਰ ਜਿਹੜਾ ਆ ਉਹਦੇ ਵਿੱਚ ਖੁਦਾ ਦਾ ਡਰ ਉਹਨੂੰ ਮੈਨੇਜ ਕਰਦਾ ਹੈ ਤੇ ਖੁਦਾ ਐਕਚੁਅਲੀ ਉਹਨੂੰ ਆਪਰੇਟ ਕਰਦਾ, ਉਹਦੀ ਕੌਨਸ਼ੀਅਸ ਕਿਸੇ ਚੀਜ਼ ਨੂੰ ਹੋਰ ਉੱਥੇ ਟਿਕ ਕਰਨ ਨਹੀਂ ਦਿੰਦੀ। ਉਹ ਕਿਸੇ ਚੀਜ਼ ਨੂੰ ਆਪਣੇ ਦਿਲ ਦੇ ਵਿੱਚ ਜਗ੍ਹਾ ਦੇਣ ਲਈ ਉਹ ਆਪਣੇ ਜਿਹੜੇ ਖੁਦਾ ਦੇ ਨਾਲ ਉਹਦਾ ਜੋ ਵੀ ਰਿਸ਼ਤਾ ਹੈ ਉਹਨੂੰ ਕਿਸੇ ਵੀ ਤਰ੍ਹਾਂ ਉਹ ਲਾ ਨਹੀਂ ਸਕਦਾ, ਉਹਨੂੰ ਮਤਲਬ ਕਿਸੇ ਤਰੀਕੇ ਦੇ ਨਾਲ ਉਹਨੂੰ ਕਿਸੇ ਹੰਕਾਰ ਦੇ ਨਾਲ ਉਹ ਨਹੀਂ ਉਹਨੂੰ ਬਰਦਾਸ਼ਤ ਕਰ ਸਕਦਾ, ਉਹਨੂੰ ਆਪਣੇ ਅਫੋਰਡ ਹੀ ਕਰ ਸਕਦਾ ਕਿ ਮੈਂ ਉਹਨੂੰ ਰਿਸਕ ਉੱਤੇ ਲਾਵਾਂ, ਮੈਂ ਉਹ ਰਿਸਕ ਲਵਾਂ। ਇੱਥੇ ਪੰਜਾਬੀ ਦਾ ਜਿਹੜਾ ਲਫ਼ਜ਼ ਆ ਉਹ ਮੈਨੂੰ ਭੁੱਲ ਗਿਆ ਹੈ ਕਿ ਇਹ 'ਚ ਕਹਿ ਕੇ ਉਹਨੂੰ ਕਿਹੜੀ ਚੀਜ਼ ਦੇ ਉੱਤੇ ਨਹੀਂ ਉਹਨੂੰ ਉਹ ਨਹੀਂ ਲਾ ਸਕਦਾ, ਉਹਨੂੰ ਰਿਸਕ ਦੇ ਉੱਤੇ ਕਿਸੇ ਵੀ ਤਰ੍ਹਾਂ। ਪਰ ਅਸੀਂ ਅੱਗੇ ਦੇਖਦੇ ਹਾਂ ਕਿ ਹੁਣ ਧਰਮੀ ਤੇ ਬੇਧਰਮੀ ਦੀ ਕਿਸਮਤ ਦੀ ਗੱਲ ਅਸੀਂ ਕਰਨ ਜਾ ਰਹੇ ਹਾਂ ਕਿ ਇਹ ਜਿਹੜੇ ਖਚਰੇ ਲੋਕੀ ਆ ਬੁਰਾਈ ਨਾਲ ਭਰੇ ਹੋਏ, ਉਹਨਾਂ ਦੀਆਂ ਕਦਰਾਂ ਤੇ ਕੀਮਤਾਂ ਵੱਖਰੀਆਂ ਹਨ ਨਾ, ਕਿ ਉਹਨਾਂ ਦੋਨਾਂ ਦੀ ਕਿਸਮਤ ਦਾ ਇੱਕੋ ਜਿਹੀ ਹੋਣਾ ਤਾਂ ਅਸੰਭਵ ਹੈ, ਇੰਪੋਸੀਬਲ ਹੈ ਨਾ। ਤੇ ਉਹ ਮਤਲਬ ਜਿਹੜਾ ਧਰਮੀ ਦਾ ਮਨ ਆ ਉਹ ਅਧਰਮੀ ਨਹੀਂ ਬਣ ਸਕਦਾ ਤੇ ਨਾ ਹੀ ਖਚਰੀਆਂ ਗੱਲਾਂ ਨਾਲ ਭਰ ਸਕਦਾ। ਸਿਰਫ ਤੇ ਸਿਰਫ ਖੁਦਾ ਦੇ ਬਚਨ ਰਾਹੀਂ ਉਹ ਉਹਦੀ ਮਰਜ਼ੀ ਨੂੰ ਜਾਣਨਾ ਪਸੰਦ ਕਰਦਾ, ਉਹਦੀ ਮਰਜ਼ੀ ਨੂੰ ਪੂਰਾ ਕਰਨਾ ਪਸੰਦ ਕਰਦਾ, ਉਹਦੀ ਮਰਜ਼ੀ ਦਾ ਦੁੱਖਾਂ ਦਾ ਹੱਲ ਵੀ ਉਹ ਕਰਦਾ ਆ, ਸਾਰਿਆਂ ਦੁੱਖਾਂ ਦਾ ਹੱਲ ਉਹਨੂੰ ਉਹਦੀ ਮਰਜ਼ੀ ਦੇ ਵਿੱਚੋਂ ਲੱਭਦਾ ਹੈ, ਉਹਦੇ ਜਵਾਬ ਵੀ ਦਿੰਦਾ ਹੈ ਪਰਮੇਸ਼ਰ ਉਹਨੂੰ। ਉਹ ਪਰਮੇਸ਼ਰ ਨੂੰ ਬਸ਼ਰਤਾ ਪਿਆਰ ਕਰਦਾ ਹੈ ਤੇ ਉਹ ਕਹਿੰਦਾ ਸਾਰੀ ਅਮੀਰੀ ਜਿਹੜੀ ਆ ਉਹ ਪਰਮੇਸ਼ਰ ਵੱਲੋਂ, ਇਹ ਦੇਖਣਾ ਚਾਹੁੰਦਾ ਹੈ ਕਿ ਪਰਮੇਸ਼ਰ ਵੱਲੋਂ ਹੈ ਜਾਂ ਨਹੀਂ, ਕਿਤੇ ਜਿਹੜੀ ਉਹਦੀ ਜ਼ਿੰਦਗੀ ਵਿੱਚ ਥੋੜ੍ਹੇ ਬਹੁਤੇ ਪੈਸੇ ਜਾਂ ਕੁਛ ਵੀ ਆਉਂਦੇ ਕਿਤੇ ਸ਼ੈਤਾਨੀਅਤ ਵੱਲੋਂ ਤਾਂ ਨਹੀਂ, ਕਿਉਂਕਿ ਸ਼ੈਤਾਨ ਲੋਕੀ ਟੂਣੇ ਤੇ ਜਾਦੂ ਤੇ ਹੋਰ ਇੱਦਾਂ ਦੀਆਂ ਪੂਰੀਆਂ ਪੁੱਠੇ ਸਿੱਧੀਆਂ ਕਰਕੇ ਵੀ ਤੇ ਆਪਣੇ ਕਾਰੋਬਾਰਿਕ ਤਰੱਕੀਆਂ ਹਾਸਲ ਕਰਦੇ ਹਨ, ਪਰ ਉਹ ਇਸ ਚੀਜ਼ ਨੂੰ ਹਰ ਚੀਜ਼ ਨੂੰ ਦੇਖਣ ਦਾ ਮਤਲਬ ਇੱਕ ਥਰਮਾਮੀਟਰ ਵਾਂਗੂ ਉਹਦੇ ਵਿੱਚ ਪਾ ਕੇ ਜਿੱਦਾਂ ਬੁਖਾਰ ਚੈੱਕ ਕਰੀਦਾ, ਉਹ ਚੈੱਕ ਕਰਦਾ ਹੈ ਕਿ ਆਹ ਜਿਹੜਾ ਸਾਰਾ ਕੁਛ ਕਿਤੇ ਧੋਖੇ ਦੀ ਕਮਾਈ ਤਾਂ ਨਹੀਂ ਹੈਗੀ, ਕਿਤੇ ਗਲਤ ਕਮਾਈ ਤਾਂ ਨਹੀਂ ਹੈਗੀ। ਜਿਸ ਤਰ੍ਹਾਂ ਅਸੀਂ ਕਈ ਥਾਵਾਂ ਤੇ ਦੇਖਦੇ ਕਿ ਕੁੱਤਿਆਂ ਦੀ ਕਮਾਈ ਕਦੀ ਖੁਦਾ ਦੇ ਕੰਮ ਲਈ ਨਹੀਂ ਵਰਤੀ ਜਾ ਸਕਦੀ, ਇਸੇ ਤਰ੍ਹਾਂ ਮਤਲਬ ਗਲਤ ਮਤਲਬ ਕਿਹਾ ਹੈ ਕਿ ਜਿਹੜੀਆਂ ਮਤਲਬ ਵੇਸਵਾਵਾਂ ਦੀ ਕਮਾਈ ਜਿਹੜੀ ਹੈ ਉਹ ਖੁਦਾ ਦੀ ਮਰਜ਼ੀ ਲਈ ਨਹੀਂ ਵਰਤੀ ਜਾ ਸਕਦੀ। ਇਸੇ ਤਰ੍ਹਾਂ ਉਹ ਚੈੱਕ ਕਰਦਾ ਕਿ ਕਿਤੇ ਗਲਤ ਹੱਕ ਹਲਾਲ ਦੀ ਕਮਾਈ ਆ ਜਿਹੜੀ ਮੈਨੂੰ ਮਿਲ ਰਹੀ ਆ ਕਿ ਕਿਤੇ ਗਲਤ ਤਰ੍ਹਾਂ ਦੀ ਕਮਾਈ ਆ, ਜਿਹੜਾ ਰਾਸਤਬਾਜ਼ ਧਰਮੀ ਇਨਸਾਨ ਆ ਨਾ। ਤੇ ਇੱਥੇ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਅਸੀਂ ਜੈਲਸ ਕਰਦੇ ਹਾਂ ਦਰਅਸਲ ਦੂਸਰਿਆਂ ਦੇ ਉੱਤੇ ਤੇ ਕਿ ਬਈ ਇਹ ਕੁਛ ਵੀ ਨਹੀਂ ਕਰਦੇ ਫਿਰ ਵੀ ਇਹਨਾਂ ਦਾ ਘਰ ਬਣ ਗਿਆ, ਕੁਛ ਵੀ ਨਹੀਂ, ਇਹ ਖੁਦਾ ਦੇ ਨਾਲ ਪੂਰੇ ਨਹੀਂ ਹੈਗੇ ਫਿਰ ਵੀ ਇਹਨਾਂ ਦੇ ਬੱਚੇ ਪੜ੍ਹ ਗਏ, ਖੁਦਾ ਦੇ ਨਾਲ ਪੂਰੇ ਨਹੀਂ ਹੈਗੇ ਫਿਰ ਵੀ ਇਹਨਾਂ ਦਾ ਅਯਾਸ਼ੀ ਕਰਦੇ। ਦਰਅਸਲ ਅਸੀਂ ਉਦੋਂ ਖੁਦਾ ਅਸੀਂ ਐਕਚੁਅਲੀ ਨਾ ਚਾਹੁੰਦੇ ਹੋਏ ਵੀ ਆਪਣੀ ਜਿਹੜੀ ਸਾਡਾ ਉਹਦੇ ਨਾਲ ਰਿਸ਼ਤਾ ਹੈ ਉਹਨੂੰ ਦਾਅ ਤੇ ਲਾ ਦਿੱਤਾ ਹੈ ਨਾ, ਕਿਉਂਕਿ ਅਸੀਂ ਉਹਨਾਂ ਦੀ ਕਿਸਮਤ ਨੂੰ ਨਹੀਂ ਜਾਣਦੇ ਜਿਹੜੇ ਲੋਕੀ ਅਧਰਮੀ ਆ। ਅਸੀਂ ਬੇਸ਼ੱਕ ਪੜ੍ਹਿਆ ਇਹਦੇ ਵਿੱਚ ਕਿ ਆਸਫ ਇਸ ਜ਼ਬੂਰ ਦੇ ਮਤਲਬ ਦੁਸ਼ਟਾਂ ਦੀ ਝੂਠੀ ਖੁਸ਼ਹਾਲੀ ਵਾਲਾ ਜਿਹੜਾ ਜ਼ਬੂਰ ਹੈਗਾ 73, ਅਸੀਂ ਇਹਦੀਆਂ 18ਵੀਂ 19ਵੀਂ ਆਇਤ ਤੱਕ ਪੜ੍ਹਿਆ ਹੈ, ਜਿੱਥੇ ਜਾ ਕੇ ਉਹਨਾਂ ਦਾ ਅੰਤ ਦਿਖਦਾ ਕਿ ਉਹ ਮੁੱਕ ਗਿਆ, ਉਹ ਭੈਜਲ ਨਾਲ ਮਿਟ ਹੀ ਗਿਆ ਹੈ ਨਾ। ਪਰ ਜਦੋਂ ਜਿਉਂਦੇ ਆ ਗੱਲ ਤਾਂ ਉਦੋਂ ਦੀ ਹੈ ਨਾ, ਜਦੋਂ ਜਿਉਂਦੇ ਆ ਹੈ ਨਾ, ਅਸੀਂ ਜਦੋਂ ਉਹਨਾਂ ਦੀ ਜ਼ਿੰਦਗੀ ਨੂੰ ਸਮਝਦੇ ਹਾਂ ਤੇ ਬੇਸ਼ੱਕ ਅਸੀਂ ਉਹਨੂੰ ਦੇਖੀਏ ਨਹਿਮਿਆ ਨੂੰ ਹੈ ਨਾ, ਉਹਦੇ ਅਸੀਂ ਥੋੜ੍ਹੇ ਜਿਹੇ ਉਹਨੂੰ ਦੇਖ ਲੈਂਦੇ ਹਾਂ, ਮਤਲਬ ਉਹਦੇ ਵਿੱਚ ਵੀ ਇਹਦੇ ਬਾਰੇ 'ਚ ਕਾਫੀ ਕੁਛ ਕਿਹਾ ਹੋਇਆ, ਪਰ ਅਸੀਂ ਇਹਦੇ 'ਚ ਜ਼ਿਆਦਾ ਵਕਤ ਨਾਲ ਲੈਂਦੇ ਹੋਏ ਕਾਫੀ ਚੀਜ਼ਾਂ ਨੂੰ ਡਿਸਕਸ ਕਰਨਾ ਕਿ ਮਤਲਬ ਜਦੋਂ ਕੋਈ ਇਨਸਾਨ ਮਤਲਬ ਲੜਾਈ ਕਰ ਰਿਹਾ ਹੁੰਦਾ ਆ ਤੇ ਉਹਦੇ ਅੰਦਰ ਉਹਦੀ ਬੋਡੀ ਆਪਣੇ ਆਪ ਹੀ ਇੱਕ ਐਡਰੇਨਲਿਨ ਨਾਂ ਦੀ ਨਾ ਜਿਹੜਾ ਐਸਿਡ ਉਹ ਪ੍ਰੋਡਿਊਸ ਕਰਦੀ ਆ, ਤੇ ਉਹ ਜਿਹੜੇ ਰੈਸਲਰਸ ਆ ਉਹ ਕਈ ਵਾਰੀ ਡਿਸਾਈਡ ਨਹੀਂ ਕਰ ਪਾਉਂਦੇ ਕਿ ਮੈਂ ਹੁਣ ਹਟ ਜਾਵਾਂ ਲੜਨੋਂ ਕਿਉਂਕਿ ਮੇਰਾ ਬੋਡੀ ਤਬਾਹ ਹੋ ਰਹੀ ਆ। ਪਰ ਜਿਹੜਾ ਉਹਨਾਂ ਦਾ ਰੈਫਰੀ ਹੁੰਦਾ ਉਹ ਫੈਸਲਾ ਲੈਂਦਾ ਆ ਕਿ ਹੁਣ ਇਸ ਤੋਂ ਪਿੱਛੋਂ ਇਹ ਨਹੀਂ ਇਸ ਦੇ ਕਾਬਿਲ, ਤੇ ਉਹ ਟਾਵਲ ਜਿਹੜਾ ਮਤਲਬ ਸੁੱਟ ਦਿੰਦਾ, ਥਰੋ ਕਰ ਦਿੰਦਾ ਕਿ ਨਹੀਂ ਬਸ ਖਤਮ। ਤੇ ਰੈਫਰੀ ਤੇ ਮਤਲਬ ਜਿਹੜਾ ਟ੍ਰੇਨਰ ਆ ਇਹ ਕਰਦਾ ਤੇ ਰੈਫਰੀ ਜਿਹੜਾ ਆ ਟਾਵਲ ਸੁੱਟ ਦਿੰਦਾ ਉਸ ਬੰਦੇ ਦਾ ਜਾਂ ਕੁੜੀ ਦਾ ਔਰਤ ਦਾ, ਤੇ ਜਿਹੜਾ
ਰੈਫਰੈਂਸਿਟੀ ਵਜਾ ਦਿੰਦਾ। ਮਤਲਬ ਉਹ ਲੋਕੀ ਜਿਹੜੇ ਆ ਉਹ ਐਕਚੁਅਲੀ ਆਪਣੇ ਆਪ ਦੀ ਤੋਂ ਜ਼ਿਆਦਾ ਆਪਣੀ ਪ੍ਰਸਿੱਧਤਾ ਦੇ ਪਿੱਛੇ ਪਏ ਹੋਏ ਹੁੰਦੇ, ਚਾਹੇ ਉਹਨਾਂ ਦੀਆਂ ਅੱਖਾਂ ਟੁੱਟ ਜਾਣ, ਬੁੱਲ ਟੁੱਟ ਜਾਣ, ਜੋ ਵੀ ਕੁਛ ਮਰਜ਼ੀ ਹੋ ਜਾਏ, ਹੈ ਨਾ। ਹੁਣ ਇੱਦਾਂ ਦੇ ਲੋਕਾਂ ਉੱਤੇ ਦੂਜੇ ਲੋਕਾਂ ਨੇ ਜੈਲਸ ਕਰਨਾ ਕਿ ਉਹ ਜੀ ਪ੍ਰਸਿੱਧ ਹੋ ਗਿਆ, ਵੱਧ ਗਿਆ, ਐਕਚੁਅਲੀ ਉਹ ਉਹਨਾਂ ਦੇ ਇਹ ਨਹੀਂ ਦੇਖਦੇ ਕਿ ਉਹਨਾਂ ਦੇ ਅੰਦਰ ਜਿਹੜੀ ਐਡਰੇਨਲਿਨ ਸੀ ਉਹਨਾਂ ਨੇ ਉਹਨੂੰ ਕਿੱਥੋਂ ਤੱਕ ਪਹੁੰਚਾ ਦਿੱਤਾ ਜਦੋਂ ਤੱਕ ਉਹ ਮਰ ਨਹੀਂ ਗਏ। ਪਰ ਅਸੀਂ ਜਿਹੜੀ ਹੋਰ ਚੀਜ਼ ਇੱਥੇ ਦੇਖਦੇ ਹਾਂ ਕਿ ਕਾਮਯਾਬੀ ਜਿਹੜੀ ਹਾਸਲ, ਦੁਨਿਆਵੀ ਕਾਮਯਾਬੀ ਹਾਸਲ ਕਰਨ ਲਈ ਸਰ ਜੇਮਸ ਡਾਇਸਨ, ਜਿਹਨੇ ਕਿ ਇਲੈਕਟ੍ਰੀਕਲ ਹੂਵਰ ਵਗੈਰਾ ਬਣਾਏ, ਅੱਜ ਕੱਲ੍ਹ ਵੀ ਉਹਦੀਆਂ ਬਹੁਤ ਆਈਆਂ, ਉਹ 5126 ਵਾਰੀ ਫੇਲ ਹੋਇਆ ਹੂਵਰ ਨੂੰ ਬਣਾਉਣ ਤੋਂ ਪਹਿਲਾਂ, ਜਿਹਨੂੰ ਸਾਫ਼ ਸਫਾਈ ਲਈ ਇਸਤੇਮਾਲ ਕੀਤਾ ਜਾਂਦਾ ਹੈ ਨਾ। ਪਰ ਉਹਨੇ ਹਾਰੀ ਨਹੀਂ, ਆਪਣਾ ਉਹਨੇ ਹੌਸਲਾ ਨਹੀਂ ਹਾਰਿਆ ਨਾ। ਸ਼ਾਇਦ ਤੁਸੀਂ ਕਹੋ ਕਿ ਇਹ ਮਤਲਬ ਇਹਦੇ ਵਿੱਚ ਜੈਲਸੀ ਦੇ ਨਾਲ ਕਿੱਦਾਂ ਆਉਂਦਾ, ਕਿਉਂਕਿ ਜਦੋਂ ਉਹਦੇ ਨਾਂ ਤੋਂ ਲੋਕੀ ਹੋ ਸਕਦਾ ਜੈਲਸ ਕਰਦੇ ਹੋਣ ਕਿ ਕਿੱਡਾ ਵੱਡਾ ਹਾਸਲ ਕੀਤਾ, ਤੇ ਮਤਲਬ ਜ਼ਿਆਦਾ ਲੋਕੀ ਸ਼ਾਇਦ ਉਹਨੂੰ ਨਾ ਵੀ ਇਸ ਤੋਂ ਜਾਣਦੇ ਹੋਣਾ ਨਾ। ਪਰ ਅਸੀਂ ਤੇ ਦੇਖਦੇ ਹਾਂ ਕਿ ਸਭ ਤੋਂ ਜਿਹੜਾ ਹੈਗਾ ਆ ਮਾਈਕਲ ਜੋਰਡਨ, ਉਹ ਇੱਕ ਬਹੁਤ ਅੱਛਾ ਕ੍ਰਿਕਟ ਦਾ ਖਿਲਾੜੀ ਹੈਗਾ ਆ ਨਾ, ਬਾਸਕਟਬਾਲ ਦਾ ਵੀ। ਤੇ ਉਹਨੇ ਜਦੋਂ ਮਤਲਬ ਅਸੀਂ ਦੇਖਦੇ ਕਿ ਉਹਨੇ ਕਈ ਵਾਰੀ 26 ਮਤਲਬ ਉਹਨੇ ਮਿਸ ਕੀਤੇ ਆ ਬੋਲਸ, ਹੈ ਨਾ, ਤੇ 9000 ਸ਼ਾਟਸ ਉਹਨੇ ਮਿਸ ਕੀਤੇ ਆ। ਫਿਰ ਕਿਤੇ ਜਾ ਕੇ ਉਹ ਸਿੱਖ ਪਾਇਆ ਕਿ ਫਿਰ ਕਿਤੇ ਜਾ ਕੇ ਉਹਨੇ ਐਕਚੁਅਲੀ ਅੱਛੇ ਤਰੀਕੇ ਦੇ ਨਾਲ ਖੇਡਣਾ ਜਿਹੜਾ ਨਾ ਉਹ ਮਹਿਸੂਸ ਕੀਤਾ। ਤੇ ਜਿਹੜੇ ਦੇਖ ਰਿਹਾ, ਹੋ ਸਕਦਾ ਉਹਨੂੰ ਜੈਲਸ ਕਰ ਰਹੇ ਹੋਣ ਕਿ ਇਹ ਤੇ ਮਤਲਬ ਇਹ ਲੱਕੀ ਇੰਨਾ ਹੈ ਕਿ ਜਿੱਤੀ ਜਾ ਰਿਹਾ, ਜਾਂ ਇਹ ਇਸ ਤਰ੍ਹਾਂ ਖੇਲਦਾ ਹੈ ਨਾ। ਹੁਣ ਇੱਥੇ ਜਿਹੜਾ ਸਾਰਾ ਕੁਛ ਅਸੀਂ ਦੂਸਰੇ ਤਰੀਕੇ ਕੁਛ ਦੁਨਿਆਵੀ ਚੀਜ਼ਾਂ ਨੂੰ ਡਿਸਕਸ ਕੀਤਾ, ਇਹਦੇ ਨਾਲ ਅਸੀਂ ਇਹ ਦੇਖਦੇ ਹਾਂ ਕਿ ਖੁਦਾ ਕਿਸ ਤਰ੍ਹਾਂ ਇਹਨਾਂ ਲੋਕਾਂ ਨੂੰ ਫਰਕ ਇਹਨਾਂ ਲੋਕਾਂ ਨੂੰ ਫਰਕ ਬਣਾਉਂਦਾ, ਦੂਸਰਿਆਂ ਨੂੰ ਫਰਕ। ਖੁਦਾ ਦਰਅਸਲ ਸਾਨੂੰ ਬਦਲਦਾ ਨਹੀਂ, ਅਸੀਂ ਇਨਸਾਨ ਉਹਦਾ ਬਣਾਇਆ ਹੈ, ਇੱਕ ਇਹੋ ਜਿਹਾ ਉਹਦਾ ਹਥਿਆਰ ਹੈਗੇ ਆ ਜਿਹਨੂੰ ਕਰੋੜਾਂ ਸਾਲ ਪਹਿਲਾਂ ਉਹਨੇ ਬਣਾਇਆ ਨਾ। ਪਰ ਕਦੇ ਵੀ ਉਹ ਇਸ ਤਰ੍ਹਾਂ ਨਹੀਂ ਸਾਨੂੰ ਬਣਾਉਂਦਾ ਅੱਜ ਕਿ ਬਣਾਉਂਦਾ ਕਹਿ ਦੇਵੇ ਕਿ ਮੈਂ ਇਹਦੀ ਜੀ ਅੱਖ ਇੱਕ ਪਿੱਛੇ ਵੀ ਲਾ ਦਿੰਦਾ ਆ ਤਾਂ ਕਿ ਇਹਨੂੰ ਪਤਾ ਰਹੂਗਾ ਕਿ ਇਹਦੇ ਪਿੱਛੇ ਕੌਣ ਆਉਂਦਾ। ਉਹ ਅੱਜ ਵੀ ਸਾਨੂੰ ਇਸੇ ਤਰ੍ਹਾਂ ਦੋ ਅੱਖਾਂ ਅੱਗੇ ਦੇਖ ਕੇ ਮਤਲਬ ਉਹਨੇ ਬਣਾਇਆ, ਜਾਂ ਫਿਰ ਹੱਥ ਇੱਕ ਪਿੱਛੇ ਲਾ ਦੇਵਾਂ ਤਾਂ ਕਿ ਜਿਹੜਾ ਪਿੱਛੇ ਨੂੰ ਕੋਈ ਅਟੈਕ ਕਰੇ ਉਹਨੂੰ ਆਪੇ ਉਹ ਹੱਥ ਮਾਰ ਦੇ। ਨਹੀਂ, ਉਹ ਇਹ ਜਿਹੜਾ ਮਾਡਲ ਉਹਨੇ ਜਿਸ ਤਰ੍ਹਾਂ ਦਾ ਸਾਨੂੰ ਬਣਾਇਆ ਉਹ ਇਸ ਤਰ੍ਹਾਂ ਦਾ ਬਣਾਉਂਦਾ, ਉਸ ਤਰ੍ਹਾਂ ਦੇ ਹੋਣੇ ਚੱਲੇ ਜਾਂਦੇ। ਇਸ ਕਰਕੇ ਉਹ ਖੁਦਾਇਆ ਤੇ ਉਹ ਬਦਲਦਾ ਨਹੀਂ ਸਾਨੂੰ, ਉਹਨੂੰ ਆਪਣੇ ਬਣਾਏ ਹੋਏ ਉੱਤੇ ਮਾਣ ਆ, ਉਹਨੂੰ ਪਤਾ ਉਹਨੇ ਸਾਨੂੰ ਬਹੁਤ ਪਿਆਰ ਨਾਲ ਬਹੁਤ ਸੋਹਣੇ ਤਰੀਕੇ ਨਾਲ ਬਣਾਇਆ। ਉਹ ਆਪ ਵੀ ਜਿਸ ਤਰ੍ਹਾਂ ਆਪਣੀ ਇੱਛਾ ਵੀ ਸਾਨੂੰ ਬਣਾਇਆ। ਪਰ ਅਸੀਂ ਜਿਹੜੇ ਇਨਸਾਨ ਆ, ਅਸੀਂ ਆਪਣੀਆਂ ਬਣਾਈਆਂ ਚੀਜ਼ਾਂ ਨੂੰ ਮਤਲਬ ਇਨਸਾਨ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਕਿਹੜੀਆਂ ਇੱਥੇ ਘਰ-ਬਾਰ ਆ, ਅਸੀਂ ਉਹਨਾਂ ਨੂੰ ਪਹਿਲੇ ਪੁਰਾਣੇ ਘਰ-ਬਾਰ ਦੇਖੋ ਤੇ ਹੁਣ ਦੇ ਘਰ-ਬਾਰ ਦੇਖੋ ਕਿਸ ਤਰ੍ਹਾਂ ਦੀ ਸ਼ੇਪ ਦੇ ਦਿੱਤੀ। ਚਲੋ ਘਰਾਂ ਤੋਂ ਥੋੜ੍ਹੇ ਅੱਗੇ ਆ ਜਾਈਏ, ਆਪਾਂ ਦੇਖਦੇ ਹਾਂ ਕਿ ਮੋਟਰ ਬਾਈਕ ਦੇਖ ਲਓ, ਹਨਾ। ਪਰ ਤੁਸੀਂ 4 ਸਾਲ ਪਹਿਲਾਂ ਜਿਹੜੀ ਮੋਟਰ ਬਾਈਕ ਆ, ਤੁਸੀਂ ਉਸ ਤੋਂ ਪਿੱਛੋਂ ਨਵੀਂ ਜਿਹੜੇ ਮਾਡਲ ਦੀ ਮੋਟਰ ਬਾਈਕ ਆ ਉਹ ਆ ਗਈ, ਤੁਹਾਨੂੰ ਉਹ ਜ਼ਿਆਦਾ ਪਸੰਦ ਆਉਂਦੀ ਕਿਉਂਕਿ ਤੁਸੀਂ ਉਹਨੂੰ ਗਿੱਝ ਗਿਆ ਨਾ। ਸੋ ਕਿਉਂਕਿ ਨਵੀਂ ਮਾਡਲ ਆ ਗਿਆ, ਇਸ ਕਰਕੇ ਕਿਉਂਕਿ ਇਨਸਾਨ ਆਪਣੀਆਂ ਬਣਾਈਆਂ ਚੀਜ਼ਾਂ ਉੱਤੇ ਵੀ ਟਰਸਟ ਨਹੀਂ ਕਰਦਾ, ਉਸ ਤੋਂ ਫਿਰ ਉਹਨੂੰ ਉਹ ਹੋਰ ਨਵੀਆਂ ਬਣਾ ਲੈਂਦਾ ਨਾ। ਤੇ ਅਸੀਂ ਮਤਲਬ ਇਹ ਦੇਖਦੇ ਹਾਂ ਕਿ ਖੁਦਾ ਆਪਣੇ ਪਲਾਨਸ ਨੂੰ, ਜਦੋਂ ਉਹਨੇ ਆਪਣੇ ਪਲਾਨਸ ਨੂੰ ਐਕਸੀਕਿਊਟ ਕਰਨ ਲਈ ਉਹਨਾਂ ਲੋਕਾਂ ਨੂੰ ਵਰਤਣਾ ਹੁੰਦਾ ਜਿਹੜੇ ਉਹਦੇ ਕਹਿਣੇ ਵਿੱਚ ਆ, ਜਿਹੜੇ ਉਹਦੀ ਗੱਲ ਮੰਨਦੇ ਆ, ਜਿਹੜੇ ਉਹਦੀ ਮਰਜ਼ੀ ਮੁਤਾਬਿਕ ਚੱਲਦੇ, ਜਿਨ੍ਹਾਂ ਦਾ ਉਹਦੇ ਨਾਲ ਰਿਸ਼ਤਾ ਆ ਅੱਛਾ। ਪਰ ਜੇ ਅਗਰ ਉਹਨਾਂ ਨੂੰ ਫਿਰ ਉਹ ਇਸਤੇਮਾਲ ਕਰੂਗਾ ਨਾ ਜਿਹੜੇ ਉਹਦੇ ਕਹਿਣੇ ਜਿਹੜੇ ਉਹਦੇ ਕਹਿਣੇ 'ਚ ਨਹੀਂ ਹੈਗੇ, ਉਹ ਕਿਹਦੇ ਕਹਿਣੇ 'ਚ ਆ, ਉਹ ਫਿਰ ਦੁਨੀਆ ਦੇ ਖੁਦਾ ਦੇ ਕਹਿਣੇ ਦੇ ਵਿੱਚ ਆ। ਦੁਨੀਆ ਦਾ ਖੁਦਾ ਕੌਣ? ਇੱਥੇ ਇੱਕ ਸੇਟਨ ਆ ਤੇ ਦੂਸਰਾ ਹੈਗਾ ਆ ਖੁਦਾ, ਤੇ ਵਿਚਾਲੇ ਹੈਗਾ ਤੁਸੀਂ। ਜੇ ਤਾਂ ਤੁਸੀਂ ਹੁਣ ਸੇਟਨ ਜਿਹੜਾ ਕਿ ਦੁਨੀਆ ਦਾ ਖੁਦਾ ਆ, ਖਾਸ ਕਰਕੇ ਤੁਸੀਂ ਉਹਦੇ ਵੱਲ ਆ ਗਏ ਹੋ ਤੇ ਤੁਸੀਂ ਫਿਰ ਮਤਲਬ ਉਹਨੂੰ ਫਿਰ ਤੁਹਾਡੀ ਜਗ੍ਹਾ ਸਵਰਗਦੂਤ ਇਸਤੇਮਾਲ ਕਰਨਾ ਪਏਗਾ ਅਗਰ ਉਹਨੇ ਕੋਈ ਕੰਮ ਕਰਨਾ ਹੈ ਨਾ। ਤੇ ਅਗਰ ਤੁਸੀਂ ਆਲਰੇਡੀ ਉਹਦੇ ਕਹਿਣੇ 'ਚ ਹੈ ਤੇ ਉਹ ਸਵਰਗਦੂਤ ਦੀ ਬਜਾਏ ਤੁਹਾਨੂੰ ਵੀ ਇਸਤੇਮਾਲ ਕਰ ਸਕਦਾ ਕੋਈ ਉਹਨੇ ਜਿਹੜਾ ਕਿ ਤੁਹਾਡੇ ਕਰਨ ਦਾ ਕੰਮ ਹੈ ਨਾ। ਹੁਣ ਅਗਰ ਤੁਸੀਂ ਨਹੀਂ ਉਹਦੇ ਕਹਿਣੇ 'ਚ, ਤੁਹਾਨੂੰ ਦੁਨੀਆ ਦੀਆਂ ਚੀਜ਼ਾਂ ਦਾ ਫਿਕਰ ਹੈ ਬਹੁਤ ਜ਼ਿਆਦਾ ਕਿ ਮੇਰੇ ਕੋਲ ਮੈਂ ਜ਼ਿਆਦਾ ਤੋਂ ਜ਼ਿਆਦਾ ਦੇਖ ਲਵਾਂ ਡਰਾਮੇ, ਜਾਂ ਮੈਂ ਜ਼ਿਆਦਾ ਤੋਂ ਜ਼ਿਆਦਾ ਟੈਲੀਵਿਜ਼ਨ 'ਤੇ ਕੋਈ ਵੀ ਜਾਂ ਫੋਨ ਦੇ ਉੱਤੇ ਅੱਜ ਕੱਲ੍ਹ ਜਿੰਨਾ ਕੁਛ ਵੀ ਆ ਰਿਹਾ ਉਹ ਦੇਖ ਲਵਾਂ, ਤੇ ਤੁਸੀਂ ਸਾਰਾ ਵਕਤ ਫੋਨ ਨੂੰ ਦੇ ਦਿੱਤਾ, ਜਾਂ ਆਪਣਾ ਸਾਰਾ ਵਕਤ ਨੀਂਦ ਨੂੰ ਦੇ ਦਿੱਤਾ, ਜਾਂ ਸਾਰਾ ਵਕਤ ਚੁਗਲੀਆਂ ਨੂੰ ਦੇ ਦਿੱਤਾ, ਜਾਂ ਸਾਰਾ ਵਕਤ ਅੱਛੀ ਤਰ੍ਹਾਂ ਲੋਕਾਂ ਦੇ ਸਾਹਮਣੇ ਮਤਲਬ ਦੇਖਣ ਨੂੰ ਦੇ ਦਿੱਤਾ, ਹੈ ਨਾ। ਹੁਣ ਖੁਦਾ ਨੇ ਫਰਜ਼ ਕੀਤਾ, ਜਿਸ ਤਰ੍ਹਾਂ ਨਹਿਮੀਆ ਦੀ ਮੈਂ ਗੱਲ ਕੀਤੀ, ਉਸ ਤੋਂ ਪਿੱਛੇ ਵੀ ਕਈ ਥਾਵਾਂ ਤੋਂ ਉਹਨੇ ਹੁਕਮ ਦਿੱਤਾ ਕਿ ਆ ਜਿਹੜੀ ਕੌਮ ਹੀ ਆ, ਮੈਨੂੰ ਇੱਕ ਖਾਤਮਾ ਚਾਹੀਦਾ, ਇਹਦਾ ਮੈਨੂੰ ਇਹ ਚਾਹੀਦੀ ਨਹੀਂ ਕਿ ਇਹਨਾਂ ਨੂੰ ਖਤਮ ਕਰ ਪੂਰੀ ਤਰ੍ਹਾਂ। ਹੁਣ ਦੇਖੋ ਤੁਸੀਂ ਕੀ ਉਹ ਕਰ ਦੋਗੇ? ਤੁਹਾਡੇ ਵਿੱਚੋਂ ਜੇ ਤੁਹਾਨੂੰ ਕੋਈ ਇੱਦਾਂ ਦਾ ਪਰਸਨ ਆ ਗਿਆ ਜਿਹਨੇ ਆ ਕੇ ਕਹਿਤਾ ਕਿ ਮੈਂ ਤੁਹਾਨੂੰ ਨਜ਼ਰ ਹੀ ਆ ਗਿਆ ਕਿ ਇਹਨੇ ਮੈਨੂੰ ਪਾਣੀ ਪਿਲਾਇਆ, ਤੇ ਜਿਹਨੇ ਪਾਣੀ ਮਤਲਬ
ਤੇ ਤੁਸੀਂ ਤੁਹਾਡੀ ਨਜ਼ਰ ਦੇ ਵਿੱਚ ਆ ਜਾਣਾ ਉਹ ਇਹਨੂੰ ਨਹੀਂ, ਇਹਨੂੰ ਮੈਂ ਬਾਅਦ ਚ ਲੈ ਜਾਊਂਗਾ, ਮੈਨੂੰ ਇਹਨੂੰ ਤਾਂ ਨਹੀਂ ਮੈਂ ਕੁਛ ਵੀ ਕਰ ਸਕਦਾ ਕਿਉਂਕਿ ਮੈਂ ਇਹਦਾ ਹੀਣਾ, ਮਤਲਬ ਮੈਂ ਇਹਦੇ ਤੋਂ ਕਾਣਾ ਆ, ਇਹਦੇ ਹੀਣਾ ਦੀ ਮੇਰੇ ਵੀ ਮੈਂ ਕਾਣਾ, ਇਹਦੇ ਕੋਲ ਮੈਂ ਕੁਛ ਲਿਆ ਹੋਇਆ। ਹੁਣ ਤੁਹਾਨੂੰ ਕਿੱਦਾਂ ਯੂਜ਼ ਕਰੂਗਾ? ਉਹ ਤਾਂ ਫਰਿਸ਼ਤੇ ਨੂੰ ਕਰੂਗਾ ਨਾ ਜਦੋਂ ਉਹਨੇ ਆਹ ਕੰਮ ਕਰਨਾ। ਸੋ ਫਰਿਸ਼ਤਿਆਂ ਨੂੰ ਉਹ ਇਸਤੇਮਾਲ ਕਰਦਾ ਹੈ, ਫਰਿਸ਼ਤੇ ਉਹਦੀ ਗੱਲ ਵੀ ਮੰਨਦੇ ਆ। ਤੁਹਾਨੂੰ ਉਹ ਉਹਨਾਂ ਲੋਕਾਂ ਨੂੰ ਇਸਤੇਮਾਲ ਕਰ ਸਕਦਾ ਜਿਹੜੇ ਸੱਚੀ ਮੁੱਚੀ ਉਹਦੀ ਛਵੀ ਉੱਤੇ ਆ, ਜੈਲਸੀ ਨਾਲ ਕਨੈਕਟਡ ਨਹੀਂ ਹੈਗੇ, ਜਿਹੜੇ ਜੈਲਸੀ ਨਾਲ ਨਹੀਂ ਭਰੇ ਹੋਏ। ਹੁਣ ਜੈਲਸੀ ਜਿਹੜੀ ਆ ਉਹ ਤੋਂ ਕੌਣ ਬਚ ਸਕਿਆ? ਸ਼ੈਤਾਨ ਤੋਂ, ਖੁਦਾ ਦੀ ਜਿਹੜੀ ਹੈਗੀ ਆ ਮਤਲਬ ਖੁਦਾ ਦੀ ਤਾਕਤ ਤੋਂ, ਉਹਦੇ ਸੁਭਾਅ ਤੋਂ, ਉਹਦੇ ਪਿਆਰ ਤੋਂ, ਜਿਹੜਾ ਉਹਨੇ ਆਪਣੇ ਇਨਸਾਨ ਨੂੰ ਇੰਨਾ ਕੀਤਾ ਕਿ ਉਹਦੇ ਲਈ ਉਹਨੇ ਆਪਣੇ ਹੀ ਮਤਲਬ ਪੁੱਤ ਨੂੰ ਭੇਜਣ ਦਾ ਮਨ ਕੀਤਾ ਤੇ ਉਹਦੇ ਪੁੱਤ ਨੂੰ ਉਹਦੀ ਗੱਲ ਮੰਨ ਵੀ ਲਈ ਤੇ ਦੁਨੀਆ ਉੱਤੇ ਆਉਣ ਦਾ ਮਨ ਬਣਾਇਆ। ਸ਼ੈਤਾਨ ਨੇ ਜਦੋਂ ਮਨ ਦੇ ਵਿੱਚ ਆਪਣੇ ਖੁਦਾ ਤੋਂ ਉੱਪਰ ਆਉਣ ਦਾ ਰੱਖ ਲਿਆ ਕਿ ਮੈਂ ਇਹ ਤੋਂ ਵੀ ਉੱਪਰ ਹੋਣਾ, ਤੇ ਕੀ ਹੋਇਆ ਉਸ ਵੇਲੇ? ਉਹ ਸੋਹਣਾ ਜਿਹਾ ਫਰਿਸ਼ਤਾ ਨਹੀਂ ਹੈਗਾ ਜਿਹੜਾ ਮਿਊਜ਼ਿਕ ਕ੍ਰੀਏਟ ਕਰਦਾ ਸੀ, ਜਿਹੜਾ ਮਿਊਜ਼ਿਕ ਦਾ ਜ਼ਬਰਦਸਤੀ ਕਰੂਬੀਆਂ ਦੇ ਅੱਖਾਂ ਦੇ ਉੱਤੇ ਜਿਹੜਾ ਮਿਊਜ਼ਿਕ ਉਹਦੇ ਨਾਲ ਹਿਲਦਾ ਸੀ ਤੇ ਮਤਲਬ ਚੱਲਦਾ ਸੀ। ਫਿਰ ਉਹ ਕੀ ਹੋ ਗਿਆ? ਉਸੇ ਵੇਲੇ ਹੀ ਉਸ ਵੇਲੇ ਜਿਹੜਾ ਸਵਰਗ ਆ ਉਹ ਉਹਦੇ ਲਈ ਫਟ ਗਿਆ ਤੇ ਉਹ ਥੱਲੇ ਡਿੱਗਿਆ, ਉਹਦਾ ਰੂਪ ਕਰੂਪ ਹੋ ਗਿਆ ਸਿੰਘਾਂ ਵਾਲਾ ਤੇ ਉਹ ਵੱਡਾ ਭਾਰਾ ਅਜਗਰ ਉਹ ਬਣ ਗਿਆ ਨਾ। ਸੋ ਇਸ ਕਰਕੇ ਹੁਣ ਤੁਸੀਂ ਦੇਖੋ ਕਿ ਜੈਲਸੀ ਅਗਰ ਤੁਹਾਨੂੰ ਸਮਝ ਆਈ ਹੋਵੇ, ਜਿਹਨੂੰ ਮੈਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਆ, ਜੈਲਸੀ ਦਰਅਸਲ ਬਹੁਤ ਬੁਰਾ ਜਿਹੜਾ ਹੈ ਨਾ ਇਹ ਹੈਗਾ ਆ ਅਹਿਸਾਸ ਆ, ਬਹੁਤ ਹੀ ਬੁਰੀ। ਅਸੀਂ ਅੱਖਾਂ ਰਾਹੀਂ ਆਪਣੇ ਆਪ ਨੂੰ ਅਲਾਉ ਕਰ ਦਿੰਦੇ ਹਾਂ ਕਿ ਉਹ ਸਾਡੀ ਅੱਖਾਂ ਦੇ ਦਰਵਾਜ਼ੇ ਨੂੰ ਵਰਤ ਕੇ ਸਾਡੇ ਅੰਦਰ ਆ ਕੇ ਬਹਿ ਜਾਵੇ, ਕੰਨਾਂ ਦੇ ਦਰਵਾਜ਼ਿਆਂ ਨੂੰ ਜਦੋਂ ਕੋਈ ਗੱਲਾਂ ਕਰਦਾ ਹੈ ਉਹ ਵਰਤ ਕੇ ਸਾਡੇ ਅੰਦਰ ਆ ਜਾਵੇ। ਤੇ ਅਸੀਂ ਹੱਥਾਂ ਦੇ ਦਰਵਾਜ਼ਿਆਂ ਨੂੰ ਵੀ ਕਈ ਵਾਰੀ ਇਸਤੇਮਾਲ ਕਰਦੇ ਹਾਂ, ਟੱਚ ਕਰਕੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਨਾ। ਤੇ ਇਸ ਕਰਕੇ ਕਈ ਵਾਰੀ ਅਸੀਂ ਉਹਨਾਂ ਲੋਕਾਂ ਦੀ ਸੰਗਤ ਕੀ ਕਰਕੇ ਨਾ ਤੇ ਅਸੀਂ ਆਪਣੇ ਕੀਮਤੀ ਜਿਹੜੇ ਸਾਡੇ ਪਾਲਿਆ ਅਸੀਂ ਉਹਨਾਂ ਨੂੰ ਮਤਲਬ ਬਰਬਾਦ ਕਰ ਲੈਂਦੇ ਹਾਂ, ਹਨਾ। ਹੁਣ ਤੁਸੀਂ ਕਹੋਗੇ ਕਿ ਇਹ ਫਿਰ ਇਹ ਤੋਂ ਬਚਿਆ ਕਿੱਦਾਂ ਜਾਵੇ? ਜਿਸ ਤਰ੍ਹਾਂ ਇਹਦੇ ਤੋਂ ਬਚਣ ਦਾ ਇੱਕੋ ਇੱਕ ਉਹੀ ਰਾਹ ਜਿਹੜਾ ਕਿ ਸਾਨੂੰ ਖੁਦਾ ਨੇ ਦਿੱਤਾ ਆ ਕਿ ਤੁਸੀਂ ਮੱਤੀ ਦੇ ਵਿੱਚ ਉਹਨੇ ਕਿਹਾ ਆ, ਤੁਸੀਂ ਮੱਤੀ 13 ਨੂੰ ਜਦੋਂ ਪੜ੍ਹੋਗੇ ਤਾਂ ਤੁਹਾਨੂੰ ਉਹਦੇ ਵਿੱਚ ਲੱਭੂਗੀ ਉਹਦੀ 41 ਆਇਤ, ਜਿਹਦੇ ਵਿੱਚ ਕਿ ਗੱਲ ਹੋਈ ਹੈਗੀ ਆ ਕਿ ਅੰਤ ਸਮੇਂ ਕੀ ਹੋਵੇਗਾ। ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨੂੰ ਘੱਲੂਗਾ ਤੇ ਉਹ ਉਹਦੇ ਚਾਰ ਰਾਜ ਵਿੱਚੋਂ ਸਾਰੀਆਂ ਠੋਕਰ ਖਵਾਉਣ ਵਾਲੀਆਂ ਚੀਜ਼ਾਂ ਨੂੰ ਤੇ ਕੁਕਰਮਿਆਂ ਨੂੰ ਇਕੱਠੇ ਕਰਨਗੇ ਤੇ ਉਹਨਾਂ ਨੂੰ ਭੱਖ ਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਚੀਚੀਆਂ ਦਾ ਵੱਢਣਾ ਹੋਵੇਗਾ। ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗੂ ਚਮਕਣਗੇ। ਜਿਹਦੇ ਕੰਨ ਹੋਣ ਉਹ ਸੁਣੇ। ਹੁਣ ਕੰਨ ਤਾਂ ਸਾਰਿਆਂ ਨੂੰ ਲੱਗੇ ਹੋਏ ਆ, ਜਿਹੜੀਆਂ ਗੱਲਾਂ ਮੈਂ ਉੱਪਰ ਗਈਆਂ ਤੁਸੀਂ ਸਮਝੀਆਂ ਵੀ ਸਾਰਿਆਂ ਨੇ, ਪਰ ਕੰਨ ਜਿਹਦੇ ਖੁਦਾ ਦੇ ਧਿਆਨ ਵੱਲ ਲੱਗੇ ਹੋਏ ਆ ਭਾਈ, ਜਿਹੜੇ ਉਹਦੇ ਵੱਲ ਲੱਗੇ ਹੋਏ, ਉਹ ਦਰਅਸਲ ਮਤਲਬ ਜਿਹਦੇ ਕੰਨ ਦੂਸਰਿਆਂ ਦੀਆਂ ਅੱਛੀਆਂ ਗੱਲਾਂ ਕਿ ਉਹਨੇ ਇੰਨੇ ਦੇ ਕੱਪੜੇ ਪਾਏ, ਉਹਦੇ ਇੱਦਾਂ ਦਾ, ਉਧਰ ਨਹੀਂ ਉਹਦੇ ਕੰਨ ਸੁਣਨ ਨੂੰ ਲੱਗੇ ਹੋਏ। ਜਿਹਦੇ ਖੁਦਾ ਦੇ ਬੱਚੇ ਨੂੰ ਸੁਣਨ ਲੱਗੇ ਕਿ ਮੇਰੇ ਕੰਨਾਂ 'ਚ ਕੋਈ ਗੱਲ ਪੈ ਜਾਵੇ, ਉਹਨੂੰ ਇਹ ਗੱਲਾਂ ਸੁਣਨੀਆਂ ਤੇ ਸਮਝਣੀਆਂ ਤੇ ਦਿਲ ਦੇ ਵਿੱਚ ਰੱਖਣੀਆਂ। ਹੁਣ ਮਤਲਬ ਕਹਿੰਦੇ ਕਿ ਕਲਾਮ ਨੂੰ ਦਿਲਾਂ ਵਿੱਚ ਰੱਖਣਾ, ਕਿਸ ਤਰ੍ਹਾਂ ਅਸੀਂ ਦਿਲਾਂ 'ਚ ਕਲਾਮ ਰੱਖ ਸਕਦੇ ਹਾਂ? ਕਿਉਂਕਿ ਖੁਦਾ ਨੇ ਆਪਣੇ ਦਿਲਾਂ ਦੇ ਉੱਤੇ ਵੀ ਕਲਾਮ ਲਿਖਿਆ ਹੋਇਆ ਆ। ਪਰ ਇਹ ਉਦੋਂ ਆ ਜਦੋਂ ਤੁਸੀਂ ਆਪਣੇ ਦਿਲ ਦੀ ਸਾਰੀ ਕਾਲਕ ਨੂੰ ਮਤਲਬ ਮਿਟਾ ਦਿੰਦੇ ਹੋ। ਮੈਨੂੰ ਹੁਣ ਤਾਂ ਪਤਾ ਨਹੀਂ ਕਿ ਤੁਸੀਂ ਇਸ ਚੀਜ਼ ਨੂੰ ਸਮਝਦੇ ਕਿ ਨਹੀਂ, ਪਰ ਮੈਂ ਜਦੋਂ ਬਹੁਤ ਛੋਟੀ ਜਿਹੀ ਹੁੰਦੀ ਸੀਗੀ ਤੇ ਅਸੀਂ ਜਦੋਂ ਪੜ੍ਹਦੀ ਸੀਗੀ ਆਪਣੇ ਸਕੂਲ ਦੇ ਵਿੱਚ, ਤੇ ਉੱਥੇ ਅਸੀਂ ਕਈ ਵਾਰੀ ਸਾਨੂੰ ਰਸਤੇ ਵਿੱਚੋਂ ਲੋਕਾਂ ਦੀਆਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਸੀਗੀਆਂ, ਭਾਂਡੇ ਕਲੀ ਕਰਾ ਲੋ ਭਾਂਡੇ, ਤੇ ਅਸੀਂ ਬਾਹਰ ਨਿਕਲ ਕੇ ਦੇਖਦੇ ਸੀ ਕਿ ਕੀ ਆ। ਤੇ ਉੱਥੋਂ ਕਈ ਆਂਟੀਆਂ ਹਨਾ, ਮਾਵਾਂ ਦਾਦੀਆਂ, ਉਹ ਕੀ ਕਰਦੇ ਸੀ, ਆਪਣੇ ਪਤੀਲੀਆਂ ਬਾਹਰੋਂ ਅੱਛੀ ਭਲੀ ਚਮਕਦੀ ਹੁੰਦੀ ਸੀ, ਇੱਦਾਂ ਲੱਗਦਾ ਸੀ ਜਿੱਦਾਂ ਉਹ ਚਾਂਦੀ ਦੀ ਹੈਗੀ ਆ ਜਾਂ ਫਿਰ ਪਿੱਤਲ ਦੀ, ਅੰਦਰੋਂ ਕਾਲੀ ਸਿਆਹ ਹੋਈ ਪਈ ਹੁੰਦੀ ਸੀਗੀ ਪਤੀਲੀ, ਕਿਉਂਕਿ ਉਹ 'ਚ ਚਾਹ ਕਾਫੀ ਬਣੀ ਹੁੰਦੀ ਸੀ ਉਬਲ ਕੇ। ਤੇ ਉਹ ਫਿਰ ਉਸ ਛੋਟੀ ਜਿਹੀ ਇੱਕ ਮਤਲਬ ਚੀਜ਼ ਛਾਪ ਜਿਹੀ ਪਾਉਂਦਾ ਹੁੰਦਾ ਸੀ ਕੋਈ, ਤੇ ਬਾਅਦ 'ਚ ਉਹਨੂੰ ਰੂੰ ਦੇ ਨਾਲ ਜਾਂ ਕੱਪੜੇ ਨਾਲ ਜ਼ੋਰ ਨਾਲ ਮਾਂਜਦਾ ਸੀ, ਉਹ ਚਿੱਟੀ ਚਾਂਦੀ ਵਰਗੀ ਚਮਕਦੀ ਹੋ ਜਾਂਦੀ ਹੁੰਦੀ ਸੀਗੀ। ਇਸ ਤਰ੍ਹਾਂ ਸਾਨੂੰ ਜਦੋਂ ਆਪਣੇ ਦਿਲਾਂ ਨੂੰ ਚਮਕਾਉਣ ਲਈ ਖੁਦਾ ਦੇ ਅੱਗੇ ਰੱਖਣਾ ਪਊਗਾ ਕਿ ਤੂੰ ਆਪਣੀ ਕੋਈ ਵੀ ਉਹ ਜਿਹੜੀ ਹੈਗੀ ਆ ਚੀਜ਼ ਤੇਰੀ ਤਿੱਖੀ, ਉਹ ਤਿੱਖੀ ਚੀਜ਼ ਕਿਹੜੀ ਆ, ਉਹ ਸਾਨੂੰ ਉਹਨੇ ਜਦੋਂ ਕਰੈਕਟ ਕਰਨਾ ਤੇ ਸਾਡੇ ਦਿਲ ਨੇ ਖਾਲੀ ਹੋਣਾ ਤੇ ਵਿੱਚੋਂ ਡੁੱਲ ਜਾਣਾ ਨਾ, ਜਿਹੜਾ ਵੀ ਮਤਲਬ ਸਾਡੇ ਅੰਦਰ ਗੰਦਗੀ ਆ ਤੇ ਉਹ ਨਿਕਲੂਗੀ ਤੇ ਫਿਰ ਅਸੀਂ ਸਾਫ਼ ਹੋ ਜਾਣਾ। ਫਿਰ ਅਸੀਂ ਉਹਦੇ ਮਾਂਜੇ ਹੋਏ ਭਾਂਡੇ ਹੋ ਜਾਣਾ, ਉਹਦੇ ਤੇ ਭਾਵੇਂ ਜੋ ਮਰਜ਼ੀ ਉਹਦੇ 'ਚ ਪਾਵੇ, ਜਿਹੜਾ ਮਰਜ਼ੀ ਹੁਕਮ ਪਾਵੇ ਅਸੀਂ ਉਹ ਕਰਨਾ। ਸੋ ਅਸੀਂ ਇਹ ਗੱਲ ਜਿਹੜੀ ਪੜ੍ਹੀ ਆ, ਸਾਨੂੰ ਵਾਕਈ
ਉਹ ਫਿਰ ਆਪਣੇ ਦੂਤਾਂ ਵਾਂਗੂ ਮਤਲਬ ਵਰਤ ਸਕਦਾ ਆ ਕਿ ਜਿੱਦਾਂ ਉਹ ਆਪਣੇ ਦੂਤਾਂ ਨੂੰ ਹੁਕਮ ਦੇਊਗਾ ਕਿ ਉਹਨਾਂ ਨੂੰ ਇਕੱਠੇ ਕਰ, ਜਿਹੜੇ ਧਰਮੀ ਹੈ ਤੇ ਅਧਰਮੀ ਹੈ ਨਾ। ਇਸੇ ਤਰ੍ਹਾਂ ਅਸੀਂ ਜੇ ਦੂਜੇ ਥਸਲੁਨੀਕੀਆਂ ਦੇ ਪਹਿਲੇ ਚੈਪਟਰ ਦੀ ਅਸੀਂ 7ਵੀਂ ਤੇ 8ਵੀਂ ਆਇਤ ਨੂੰ ਜਰਾ ਦੇਖ ਲਈਏ ਤੇ ਉਹਦੇ ਵਿੱਚੋਂ ਵੀ ਅਸੀਂ ਕੁਛ ਚੀਜ਼ਾਂ ਜਿਹੜੀਆਂ ਨਾ ਉਹ ਦੇਖ ਜਿਹੜੇ ਸਾਨੂੰ ਬਚਾ ਸਕਦੇ ਹਾਂ, ਜਿਨ੍ਹਾਂ ਦੇ ਵਿੱਚ ਸਾਡਾ ਬਚਾਅ ਜਿਹੜਾ ਆ ਉਹ ਦਰਜ ਹੈਗਾ ਆ, ਹੈ ਨਾ, ਕਿ ਅਸੀਂ ਕਿੱਦਾਂ ਇਹਨਾਂ ਤੋਂ ਬਚ ਸਕਦੇ ਹਾਂ। ਇਹ ਹੈਗਾ ਕਿ ਪਰਮੇਸ਼ਵਰ ਦੇ ਭਾਣੇ ਨਿਆਂ ਦੀ ਗੱਲ ਇਹ ਹੈ ਕਿ ਜਿਹੜੇ ਤੁਹਾਨੂੰ ਦੁੱਖ ਦਿੰਦੇ ਹਨ ਕਿ ਉਹਨਾਂ ਨੂੰ ਉਹ ਦੁੱਖ ਦੇਵੇ, ਅਤੇ ਜਿਹੜੇ ਤੁਹਾਨੂੰ ਦੁੱਖ ਤੁਸੀਂ ਜਿਹੜੇ ਦੁੱਖ ਪਾਉਂਦੇ ਹੋ ਸਾਡੇ ਨਾਲ ਸੁੱਖ ਦੇਵੇ। ਉਸ ਸਮੇਂ ਪ੍ਰਭੂ ਯਿਸੂ ਆਪਣੇ ਬਲਵੰਤ ਦੂਤਾਂ ਸਣੇ ਭੜਕਦੀ ਹੋਈ ਅੱਗ ਵਿੱਚ ਆਕਾਸ਼ੋਂ ਪ੍ਰਗਟ ਹੋਵੇਗਾ, ਤੇ ਜਿਹੜੇ ਪਰਮੇਸ਼ਰ ਨੂੰ ਨਹੀਂ ਜਾਣਦੇ, ਸਾਡੇ ਪ੍ਰਭੂ ਯਿਸੂ ਦੀ ਅੰਜੀਲ ਨੂੰ ਨਹੀਂ ਮੰਨਦੇ, ਉਹਨਾਂ ਨੂੰ ਬਦਲਾ ਦੇਵੇਗਾ। ਉਹ ਸਜ਼ਾ ਭੁਗਤਣਗੇ, ਅਰਥਾਤ ਪ੍ਰਭੂ ਦੇ ਹਜ਼ੂਰੋਂ ਉਹਦੀ ਸਮਰੱਥਾ ਦੇ ਤੇਜ ਤੋਂ ਸਦਾ ਦਾ ਵਿਨਾਸ਼ ਹੋ ਜਾਵੇਗਾ ਉਹਨਾਂ ਦਾ। ਇੱਕ ਦਿਨ ਆਵੇਗਾ ਵੀ ਆਪਣੇ ਸੰਤਾਂ ਵਿੱਚ ਉਹ ਵਡਿਆਇਆ ਜਾਵੇ ਅਤੇ ਸਾਰੇ ਨਿਸ਼ਚੈਵਾਨਾਂ ਵਿੱਚ ਉਹਦਾ ਅਚਰਜ ਮੰਨਿਆ ਜਾਵੇ, ਤੇ ਤੁਹਾਤੋਂ ਸਾਡੀ ਸਾਖੀ ਦੀ ਪ੍ਰਤੀਤ ਕੀਤੀ ਗਈ। ਹੁਣ ਦੇਖੋ ਉਹ ਲੋਕੀ ਆ, ਕੋਈ ਇੱਦਾਂ ਦਾ ਪਰਸਨ ਆ ਜਿਹੜਾ ਫਰਜ਼ ਕੀਤਾ। ਮੈਂ ਦੂਸਰੇ ਥਸਲੁਨੀਕੀਆਂ ਦੇ ਪਹਿਲੇ ਚੈਪਟਰ ਦੀ ਇਹ 7ਵੀਂ ਆਇਤ ਤੋਂ ਲੈ ਕੇ ਤੇ ਮੈਂ ਪੜ੍ਹੀ ਆ 8ਵੀਂ ਆਇਤ, ਤੁਸੀਂ ਵੀ ਪੜ੍ਹ ਸਕਦੇ ਹੈ ਨਾ ਆਪਣੇ ਵਿਹਲੇ ਟਾਈਮ ਦੇ ਵਿੱਚ ਦੂਜੇ ਥਸਲੁਨੀਕੀਆਂ, ਹੈ ਨਾ। ਹੁਣ ਅਸੀਂ ਕਹਿੰਦੇ ਹੁਣ ਕੋਈ ਫਰਜ਼ ਕੀਤਾ ਇਹੋ ਜਿਹਾ ਮਨ ਰੱਖਦਾ ਆ ਕਿ ਜਿਹਨੂੰ ਮਤਲਬ ਬਹੁਤ ਮਸਤੀਆਂ ਕਰਨੀਆਂ ਪਸੰਦ ਆ, ਚੀਂ ਪੈ ਹਰ ਵੇਲੇ ਕਰਨੀ ਪਸੰਦ ਆ, ਗੰਦੇ ਮੰਦੇ ਮੂੰਹ ਬਣਾਉਣੇ ਪਸੰਦ ਆ, ਠੱਠੇ ਚੁਗਲੀ ਹਰ ਵੇਲੇ ਕਰਨੀ ਪਸੰਦ ਆ, ਕਿਸੇ ਦੀਆਂ ਚੀਜ਼ਾਂ ਲੈ ਕੇ ਖੋਹ ਤੋੜ ਕੇ ਮਰੋੜ ਕੇ ਉਹਨਾਂ ਨੂੰ ਪਸੰਦ ਆ। ਹੁਣ ਉਹ ਜਿਹੜਾ ਪਰਸਨ ਆ, ਖੁਦਾ ਨੇ ਉਹਨੂੰ ਉਹਦੀ ਉਸ ਚੀਜ਼ ਦੇ ਹਵਾਲੇ ਕਰ ਦਿੱਤਾ ਹੋਇਆ, ਤੇ ਤੁਹਾਨੂੰ ਉਹਦੀ ਆਵਾਜ਼ ਵੀ ਬੁਰੀ ਲੱਗਦੀ ਆ, ਮੈਨੂੰ ਲੱਗਦੀ ਹੋ ਸਕਦੀ ਆ, ਤੁਹਾਨੂੰ ਲੱਗਦੀ ਹੋ ਸਕਦੀ ਆ, ਉਹਦਾ ਪਹਿਰਾਵਾ ਬੁਰਾ ਲੱਗਦਾ ਸਭ ਤੋਂ। ਦਰਅਸਲ ਇਹਦੇ ਬਜਾਏ ਤੁਹਾਨੂੰ ਤਾਂ ਦੁਆ ਕਰਨ ਦੀ ਲੋੜ ਆ ਕਿ ਉਹ ਅੱਗ ਵਿੱਚ ਨਾ ਪਾਵੇ, ਜਿਹੜੀਆਂ ਚੀਜ਼ਾਂ ਮੈਂ ਪੜ੍ਹੀਆਂ ਕਿ ਵਿਨਾਸ਼ ਨਾ ਕਰ ਦਿੱਤਾ ਜਾਵੇ। ਪਰ ਇਹ ਚੀਜ਼ ਹੁਣ ਤੁਸੀਂ ਦੱਸੋ ਕਿ ਉਹਦੀ ਕਿਸਮਤ ਚੰਗੀ ਹੋਈ ਜਿਹਦੇ ਉੱਤੇ ਇੰਨੀਆਂ ਇਹੋ ਜਿਹੀਆਂ ਮਤਲਬ ਬਿਦਤਾਂ ਪਈਆਂ ਹੋਈਆਂ, ਕਿ ਤੁਹਾਡੀ ਕਿਸਮਤ ਚੰਗੀ ਹੋਈ। ਉਹਦੇ ਮਤਲਬ ਜੈਲਸੀ ਦਰਅਸਲ ਉਹਨੂੰ ਤੁਹਾਡੀ ਕਿਸਮਤ ਉੱਤੇ ਕਰਨੀ ਚਾਹੀਦੀ, ਨਾ ਕਿ ਤੁਹਾਨੂੰ ਉਹਦੀ ਕਿਸਮਤ ਉੱਤੇ ਜੈਲਸੀ ਕਰਨੀ ਚਾਹੀਦੀ। ਅਗਰ ਉਹ ਤੁਹਾਡੇ ਤੇ ਜੈਲਸ ਹੋਵੇ ਕਿ ਦੇਖੋ ਇਹ ਕਿੰਨਾ ਸ਼ਾਂਤ ਆ, ਕਿੰਨਾ ਇਹਦਾ ਧਿਆਨ ਕਿੱਦਾਂ ਲੱਗਿਆ ਹੋਇਆ ਆਪਣੇ ਆਰੇ, ਤੇ ਉਹ ਸ਼ਾਇਦ ਉਸ ਜੈਲਸੀ ਦੇ ਵਿੱਚੋਂ ਖੁਦਾ ਨੂੰ ਪਰਖਣ ਲਈ ਤੁਹਾਡੀ ਜ਼ਿੰਦਗੀ ਨੂੰ ਸਟੱਡੀ ਕਰਨਾ ਸ਼ੁਰੂ ਕਰ ਦੇ, ਤੇ ਸ਼ਾਇਦ ਤੁਹਾਨੂੰ ਸਟੱਡੀ ਕਰਦਾ ਉਹ ਖੁਦਾ ਤੱਕ ਪਹੁੰਚ ਜਾਵੇ ਤੇ ਉਹ ਮੁਆਫੀ ਪਾ ਜਾਵੇ ਤੇ ਉਹਦੀ ਜ਼ਿੰਦਗੀ ਸੋਹਣੀ ਬਣ ਜਾਵੇ। ਪਰ ਜੇ ਹੁਣ ਤੁਸੀਂ ਉਹਦੇ ਉੱਤੇ ਮਤਲਬ ਕਰਦੇ ਰਹੇ ਕ੍ਰਿਜਨਾ, ਜਿੱਦਾਂ ਹੁਣ ਅਸੀਂ ਉਹਦੇ 'ਚ ਪੜ੍ਹਿਆ ਸੀ 73 ਜ਼ਬੂਰ ਦੇ ਵਿੱਚ ਕਿ ਆਸਿਫ ਉਹਨਾਂ ਦੀ ਜ਼ਿੰਦਗੀ ਤੇ ਕ੍ਰਿਜਦਾ ਸੀਗਾ ਕਿ ਉਹ ਅੱਛੇ ਭਲੇ ਖਾਂਦੇ ਆ, ਬੂਟੇ ਵਾਂਗੂ ਉਹ ਪੁੰਗਰਦੇ ਆ, ਤੇ ਉਹਨਾਂ ਦੀ ਜ਼ਿੰਦਗੀ ਸੋਹਣੀ ਆ, ਸੁਲੱਖਣੀ ਆ, ਤੇ ਬਾਅਦ ਵਿੱਚ ਉਹ ਮਤਲਬ ਉਹ ਮੌਤ ਵੀ ਉਹਨਾਂ ਦੇ ਨੇੜੇ ਇਸ ਤਰ੍ਹਾਂ ਨਹੀਂ ਆਉਂਦੀ, ਵਿਪਤਾ ਨਹੀਂ ਆਉਂਦੀ, ਕਿਉਂਕਿ ਉਹਨਾਂ ਦੇ ਸਰੀਰ ਖਾ ਕੇ ਮੋਟੇ ਹੋ ਗਏ ਹੋਏ ਆ। ਦਰਅਸਲ ਉਹਨਾਂ ਲੋਕਾਂ ਦੀ ਜਿਹੜੀ ਚੋਣ ਆ ਉਹ ਉਹਨਾਂ ਦੀ ਉਹੀ ਸਜ਼ਾ ਆ ਕਿ ਉਹਨਾਂ ਦੀ ਚੋਣ ਆਪਣੀ ਨਹੀਂ, ਉਹਨਾਂ ਦੀ ਜ਼ਿੰਦਗੀ 'ਚ ਇੱਕ ਸਜ਼ਾ ਬਣ ਕੇ ਹੋਇਆ। ਇਸ ਕਰਕੇ ਪਰ ਆਪਾਂ ਇੱਥੇ ਖੁਦਾਵੰਦ ਯਿਸੂ ਮਸੀਹ ਦੀ ਜ਼ਿੰਦਗੀ ਨੂੰ ਦੇਖਦੇ ਹਾਂ। ਖੁਦਾਵੰਦ ਯਿਸੂ ਮਸੀਹ ਦੀ ਜਿਹੜੀ ਚੋਣ ਆ ਉਹ ਖੁਦਾਵੰਦ ਯਿਸੂ ਮਸੀਹ ਦੀ ਸਜ਼ਾ ਨਹੀਂ, ਬਲਕਿ ਉਹ ਸਾਡੇ ਲਈ ਜਿਹੜੀ ਮਤਲਬ ਸਦਾ ਦੀ ਜ਼ਿੰਦਗੀ ਆਈ ਆ। ਤੇ ਕਿਉਂਕਿ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਚਾਹੁੰਦਾ ਆ ਇਹਨਾਂ ਦਾ ਟੁੱਟਾ ਹੋਇਆ ਰਿਸ਼ਤਾ ਮਿਲਾਉਣ, ਤੇ ਜਿਹੜੀ ਖੁਦਾਵੰਦ ਯਿਸੂ ਮਸੀਹ ਦੇ ਉੱਤੇ ਜੈਲਸੀ ਕਰਕੇ ਖੁਦਾ ਦੇ ਉੱਤੇ ਜੈਲਸੀ ਕਰਕੇ ਕਿ ਉਹ ਮੈਂ ਇਹ ਤੋਂ ਵੱਡਾ ਬਣ, ਉਹਨੇ ਐਕਚੁਅਲੀ ਉਹ ਤੋਂ ਵੱਡਾ ਹੋ ਕੇ, ਕਿਉਂਕਿ ਉਹ ਖੁਦਾ ਤੋਂ ਵੱਡਾ ਹੋ ਕੇ ਖੁਦਾ ਦੇ ਪਿਆਰ ਨੂੰ ਉਹ ਦੁਨੀਆ ਉੱਤੇ ਐਕਸਪ੍ਰੈਸ ਤਾਂ ਨਹੀਂ ਕਰ ਸਕਦਾ ਜਿੰਨਾ ਪਿਆਰ ਖੁਦਾ ਕਰਦਾ ਹੈ। ਕੱਲੀ ਕੱਲੀ ਰੂਹ ਨੂੰ, ਕੱਲੀ ਕੱਲੀ ਜਾਨ ਨੂੰ ਜਿਹਨੂੰ ਬਣਾਇਆ ਉਹਦਾ ਉਹ ਨਾਸ਼ ਨਹੀਂ ਹੁੰਦਾ। ਉਹ ਕਹਿੰਦਾ ਇੱਕ ਵੀ ਛੋਟੇ ਦਾ ਜਿਹੜਾ ਨੁਕਸਾਨ ਕਰਦਾ ਹੈ ਇਹਦੋਂ ਅੱਛਾ ਹੁੰਦਾ ਕਿ ਉਹਨੂੰ ਚੱਕੀ ਦੇ ਪੁੜਾਂ ਦੇ ਨਾਲ ਬੰਨ੍ਹ ਕੇ ਸਮੁੰਦਰ ਦੇ ਵਿੱਚ ਫਿਸਟਿਆ ਜਾਂਦਾ ਤੇ ਉਹ ਕਦੀ ਮੁੜ ਕੇ ਉੱਪਰ ਨਾ ਆਉਂਦਾ। ਹੁਣ ਇਹ ਦੇਖੋ ਕਿ ਉਹਨੂੰ ਕਿੰਨਾ ਪਿਆਰ ਆ ਆਪਣੀ ਇੱਕ ਵੀ ਛੋਟੀ ਜਿਹੀ ਜਾਨ ਨਾਲ, ਹੈ ਨਾ। ਤੇ ਇਸ ਕਰਕੇ ਹੁਣ ਇਹਦੇ ਓਪੋਜ਼ਿਟ ਸ਼ੈਤਾਨ ਕੀ ਚਾਹੁੰਦਾ? ਉਹ ਚਾਹੁੰਦਾ ਹੈ ਕਿ ਹਰ ਵੇਲੇ ਮਤਲਬ ਥੋੜ੍ਹੀ ਜਿਹੀ ਜਗ੍ਹਾ ਮਿਲੀ ਨਹੀਂ ਤੇ ਉਹਦੇ ਵਿੱਚੋਂ ਪਾਣੀ ਵਾਂਗੂ ਨਿਕਲਿਆ ਨਹੀਂ, ਮਤਲਬ ਜਾ ਕੇ ਉਹਨੇ ਮਤਲਬ ਉਹ ਤੁਹਾਡੇ ਮਨ ਦੇ ਵਿੱਚ ਉਹਨੇ ਖਲਾਰਾ ਮਤਲਬ ਜਿਹੜੀ ਕਲੇਸ਼ ਦੀ ਕਲੈਣਾ ਪਾਇਆ ਨਹੀਂ, ਹੈ ਨਾ। ਹੁਣ ਇਹਦੇ ਵਿੱਚੋਂ ਜੈਲਸੀ ਦਰਅਸਲ ਸ਼ੈਤਾਨ ਨੂੰ ਹੈਗੀ ਆ ਬਹੁਤ ਵੱਡੀ ਖੁਦਾ ਤੋਂ, ਕਿ ਖੁਦਾ ਨੇ ਆਪਣੇ ਪੁੱਤ ਨੂੰ ਭੇਜ ਕੇ ਤੇ ਦੁਨੀਆ ਨੂੰ ਫਿਰ ਦੁਬਾਰਾ ਆਰੇ ਲਾ ਲਿਆ, ਬਚਾ ਲਿਆ, ਦੁਨੀਆ ਨੂੰ ਸਮਝਾ ਲਿਆ, ਦੁਨੀਆ ਨੂੰ ਮਤਲਬ ਜਿਹਨਾਂ ਨੇ ਚੁਣ ਲਿਆ ਉਹਨੂੰ, ਤੇ ਉਹਨਾਂ ਨੂੰ ਹੱਕ ਕਿੱਡੇ ਵੱਡੇ ਦੇ ਦਿੱਤੇ ਕਿ ਉਹ ਉਹਦੇ ਸੱਜੇ ਹੱਥ ਬੈਠਣਗੇ, ਉਹਨਾਂ ਦੀ ਉਹ ਆਪ ਇੱਜ਼ਤ ਕਰੂਗਾ। ਕਿ ਕਹਿੰਦਾ ਕਿ ਖੁਦਾ ਉਹਦੀ ਇੱਜ਼ਤ ਕਰਦਾ ਹੈ, ਉਹਦਾ ਮਾਣ ਕਰਦਾ
ਕਰਦਾ ਹੈ ਜਿਹੜਾ ਉਹਦੇ ਹੱਕਾਂ ਤੇ ਪੂਰਾ ਉਤਰਦਾ ਨਾ, ਤੇ ਉਹਨਾਂ ਨੂੰ ਏਡੇ ਏਡੇ ਹੱਕ ਦਿੱਤੇ ਕਿ ਤੂੰ ਬਾਅਦ 'ਚ ਤੇਰਾ ਘਰਾਣਾ ਬਚਾਇਆ ਜਾਊਗਾ। ਉਹਨਾਂ ਨੂੰ ਏਡੇ ਏਡੇ ਹੱਕ ਦਿੱਤੇ, ਮੈਂ ਤੈਨੂੰ ਸੁੱਤੇ ਪੈ ਨੂੰ ਨੀਂਦ ਵਿੱਚ ਹੀ ਦੇ ਦਿਆਂਗਾ। ਦੇਖੋ ਕਿਹੜੇ ਕਿਹੜੇ ਹੱਕ ਦਿੱਤੇ। ਤੇ ਜੈਲਸ ਤਾਂ ਉਹਨੇ ਸ਼ੈਤਾਨ ਨੇ ਹੋਣਾ ਹੀ ਆ, ਪਰ ਸਾਨੂੰ ਉਹਨਾਂ ਦੂਸਰੇ ਲੋਕਾਂ ਦੀ ਕਿਸਮਤ ਦੇ ਉੱਤੇ ਜਦੋਂ ਸਾਡੇ ਸਾਹਮਣੇ ਲੋਕੀ ਇਹੋ ਜਿਹੇ ਆਉਂਦੇ ਆ ਜਿਨ੍ਹਾਂ ਦੇ ਸੁਭਾਅ ਸਾਨੂੰ ਦੁਖੀ ਕਰਦੇ ਆ, ਉਹ ਮੌਕਾ ਹੁੰਦਾ ਹੈ ਅਸੀਂ ਬਹੁਤ ਦੁੱਖ ਚਾਹੁੰਦੇ ਆ, ਪਰ ਸਾਨੂੰ ਦਰਅਸਲ ਦੁਖੀ ਨਾ ਹੋ ਕੇ ਉਹਨਾਂ ਲੋਕਾਂ ਲਈ ਦੁਆ ਹੀ ਕਰਨੀ ਬਣਦੀ, ਕਿਉਂਕਿ ਖੁਦਾ ਨੇ, ਠੀਕ ਹੈ, ਖੁਦਾ ਨੇ ਸ਼ੈਤਾਨ ਨੂੰ ਥੱਲੇ ਸੁੱਟ ਦਿੱਤਾ ਤੇ ਉਹ ਆ ਗਿਆ ਤੇ ਹੁਣ ਧਰਤੀ ਤੇ ਸਾਰਿਆਂ ਦੇ ਲਈ ਉਹ ਦੁੱਖ ਦਾ ਕਾਰਨ ਬਣਿਆ ਹੋਇਆ। ਪਰ ਜਿਹੜੀ ਉਹਦੀ ਆਪਣੀ ਉਹ ਬਣਾਇਆ ਗਿਆ, ਤੁਸੀਂ ਪੜ੍ਹੋ ਜਦੋਂ ਹਿਜ਼ਕੀਆ, ਤੁਸੀਂ ਉਹਦੇ ਵਿੱਚ ਪੜ੍ਹੋ ਕਿ ਉਹ ਮਤਲਬ ਕਿੰਨਾ ਹੁਸੀਨ ਸੀ, ਉਹਦੇ ਜਨਮ ਦਿਨ ਤੋਂ ਉਹਨੂੰ ਸੰਪੂਰਨ ਸੀ, ਪਰਫੈਕਟ ਸੀ, ਉਹਦੇ 'ਚ ਕੋਈ ਕਾਜ ਨਹੀਂ ਸੀ, ਪਰ ਇਹਦੇ ਬਾਵਜੂਦ ਵੀ ਜਦੋਂ ਜੈਲਸੀ ਉਹਦੇ ਵਿੱਚ ਸਮਾ ਗਈ ਤੇ ਉਹ ਕੀ ਹੋ ਗਿਆ, ਉਹ ਉਸ ਵੇਲੇ ਕਿਸੇ ਥਾਂ ਦਾ ਨਹੀਂ ਹੁਣ ਰਹਿ ਗਿਆ, ਕਿਉਂਕਿ ਹੁਣ ਉਹਨੂੰ ਆਹੀ ਹੈ ਕਿ ਮੈਂ ਤਾਂ ਮਿਟਿਆ ਹੀ ਹਾਂ ਤੇ ਇਹਨਾਂ ਨੂੰ ਮਿਟਾ ਕੇ ਰਹਿਣਾ, ਮੈਂ ਤਾਂ ਮਿਟਿਆ ਹੀ ਹਾਂ ਨਾ, ਇਹਨਾਂ ਨੂੰ ਹੁਣ ਜਿਹਨਾਂ ਨੂੰ ਇਹ ਬਚਾਉਂਦਾ, ਇਹਦੇ ਲਾਡਲੇ, ਇਹਨਾਂ ਨੂੰ ਮਿਟਾ ਕੇ ਰਹਿਣਾ। ਇਸ ਕਰਕੇ ਅਸੀਂ ਕਦੀ ਉਸ ਸੁਭਾਅ ਦੇ ਵਿੱਚ ਵੀ ਨਾ ਜਾਈਏ। ਸਾਨੂੰ ਹਰ ਵਕਤ ਇਹ ਦੁਆ ਕਰਨ ਦੀ ਲੋੜ ਹੈਗੀ ਆ, ਤੇ ਸਾਨੂੰ ਇਹੋ ਜਿਹੇ ਲੋਕਾਂ ਦੇ ਸੁਭਾਅ ਦੇ ਉੱਤੇ ਮਤਲਬ ਦੁਖੀ ਹੋਣ ਦੀ ਨਹੀਂ, ਬਲਕਿ ਉਹਨਾਂ ਲਈ ਦੁਆ ਗੋ ਹੋਣ ਦੀ ਲੋੜ ਆ, ਤਾਂ ਕਿ ਅਸੀਂ ਤਾਂ ਉਹਨਾਂ ਨੂੰ ਉਸ ਤਰੀਕੇ ਨਾਲ ਸੁੱਟਣਾ ਰਿਹਾ, ਕਿਉਂਕਿ ਸਾਨੂੰ ਖੁਦਾ ਨੇ ਇਹ ਹੁਕਮ ਦਿੱਤਾ ਹੈ ਕਿ ਤੁਸੀਂ ਆਪਣੇ ਵੈਰਿਆਂ ਲਈ ਦੁਆ ਕਰੋ। ਤੇ ਸਾਨੂੰ ਆਗਿਆਕਾਰੀ ਟਰਸਟ ਤੇ ਖੁਦਾ ਦੇ ਉੱਤੇ ਟਰਸਟ ਕਰਨ ਦੀ ਲੋੜ ਆ, ਤੇ ਟਰਸਟ ਦੇ ਨਾਲ ਓਬੇ ਕਰਨ ਦੀ ਲੋੜ ਆ। ਜਦੋਂ ਅਸੀਂ ਦੋ ਮਤਲਬ ਚੀਜ਼ਾਂ ਮੰਨ ਲਈਆਂ ਨਾ, ਇਹਦੇ ਵਿੱਚ ਜਿਹਨਾਂ ਦਾ ਮਨ ਕਦੇ ਕਦੇ ਲੋਕਾਂ ਦੀ ਜੈਲਸੀ ਤੋਂ ਦੁਖੀ ਹੋਵੇ, ਲੋਕਾਂ ਦੇ ਵਤੀਰੇ ਤੋਂ ਦੁਖੀ ਹੋਵੇ, ਜੈਲਸੀ ਭਰੇ ਤੋਂ, ਉਹਨਾਂ ਦੇ ਕੋਲ ਦੋ ਹੱਲ ਹੈਗੇ ਆ। ਇੱਕ ਇਹ ਹੈਗਾ ਕਿ ਉਹ ਟਰਸਟ ਰੂਪੀ ਜਿਹੜਾ ਮਤਲਬ ਹੈਗਾ ਆ, ਹੁਣ ਫਰਜ਼ ਕੀਤਾ ਅਸੀਂ ਦੇਖਦੇ ਹਾਂ ਕਿ ਸਾਨੂੰ ਠੰਡ ਲੱਗਦੀ ਹੈ ਤਾਂ ਅਸੀਂ ਭੱਜ ਕੇ ਰਜਾਈ ਵਿੱਚ ਵੜ ਜਾਂਦੇ ਕਿ ਅਸੀਂ ਲੁਕ ਜਾਂਦੇ, ਤਾਂ ਸਾਨੂੰ ਯਕੀਨ ਆ ਕਿ ਰਜਾਈ ਸਾਨੂੰ ਲੁਕੋ ਲੂਗੀ ਤੇ ਅਸੀਂ ਬਚ ਜਾਣਾ ਉੱਥੇ ਜਾ ਕੇ ਠੰਡ ਤੋਂ, ਜਾਂ ਫਿਰ ਅਸੀਂ ਮੱਛਰਾਂ ਤੋਂ ਵੀ ਸ਼ਾਇਦ ਬਚ ਜਾਈਏ ਤੇ ਅਸੀਂ ਉਹਦੇ ਚੰਗੀ ਤਰ੍ਹਾਂ ਨਾਲ ਆਪਣੇ ਆਪ ਨੂੰ ਲੁਕੋ ਸਕਦੇ। ਸਾਡਾ ਟਰਸਟ ਹੈ ਤੇ ਅਸੀਂ ਮਤਲਬ ਉਹਦੇ 'ਚ ਵੜ ਵੀ ਜਾਂਦੇ। ਪਰ ਇਸੇ ਤਰ੍ਹਾਂ ਸਾਡਾ ਟਰਸਟ ਹੈ ਕਿ ਖੁਦਾ ਰੂਪੀ ਜਿਹੜੀ ਮਤਲਬ ਸਾਰੀ ਦੁਨੀਆ ਦੇ ਵਿੱਚ ਇੱਕ ਇਹੋ ਜਿਹੀ ਚਾਦਰ ਜਿਹਨੂੰ ਧਰਮੀ ਆਪਣੇ ਮਤਲਬ ਬੁਰਜ ਦੇ ਵਿੱਚ, ਜਿਹੜਾ ਉਹਦਾ ਯਕੀਨ ਇੱਕ ਬਹੁਤ ਵੱਡਾ ਪੱਕਾ ਬੁਰਜ ਆ, ਜਿਹਨੂੰ ਕਹਿੰਦੇ ਕਿਲਾ ਆ, ਉਹਦੇ ਵਿੱਚ ਉਹ ਭੱਜ ਕੇ ਵੜ ਜਾਂਦਾ ਆਪਣੇ ਪਰਿਵਾਰ ਸਮੇਤ। ਜਿਨ੍ਹਾਂ ਨੂੰ ਉਹਨੇ ਸੋਚ ਲਿਆ, ਦੇਖੋ ਉਹ ਪਰਮੇਸ਼ਰ ਨੇ ਦੂਤਾਂ ਦੇ ਰਾਹੀਂ ਬਚਾ ਲਿਆ, ਉਹ ਸਾਰੇ ਜਿਹਨਾਂ ਨੂੰ ਉਹਨੇ ਸੋਚ ਲਿਆ, ਉਹ ਇੱਕ ਥਾਂ ਤੇ ਖੜਾ ਸਾਰਿਆਂ ਨੂੰ ਨਹੀਂ ਕਹਿ ਸਕਦਾ। ਉਹਨੇ ਐਡਾ ਟਰਸਟ ਜਿਹੜਾ ਨਾ, ਯਕੀਨ ਜਿਹੜਾ ਆ, ਮਤਲਬ ਫੇਥ, ਈਮਾਨ ਔਰ ਰਾਈ ਦੇ ਦਾਣੇ ਜਿੰਨਾ ਵੀ ਜਿਹੜਾ ਉਹ ਪਹਾੜ ਨੂੰ ਸਰਕਾ ਸਕਦਾ। ਇਸ ਕਰਕੇ ਅਗਰ ਤੁਹਾਡੇ ਵਿੱਚ ਉਹ ਹੈਗਾ ਆ ਤਾਂ ਤੁਸੀਂ ਇਹ ਚੋਣ ਕਰਨੀ ਆ ਕਿ ਮੈਂ ਉਹ ਜੈਲਸੀ ਪਰਸਨ ਦੇ ਪਹਿਰਾਵੇ ਤੋਂ, ਉਹਦੇ ਵਤੀਰੇ ਤੋਂ ਦੁਖੀ ਹੋਣਾ, ਜਾਂ ਮੈਂ ਉਹ ਜਿਹੜੀ ਮੈਨੂੰ ਚੋਣ ਦਿੱਤੀ ਹੋਈ ਆ, ਮੈਂ ਉਸ ਵੇਲੇ ਉਹਦੇ ਲਈ ਦੁਆਗੋ ਹੋਣਾ। ਤੁਹਾਨੂੰ ਦੁਆਗੋ ਹੋ ਕੇ ਓਨਾ ਹੀ ਮਜ਼ਾ ਆਊਗਾ ਜਿੰਨੀ ਤਕਲੀਫ ਤੁਹਾਨੂੰ ਸ਼ੈਤਾਨ ਉਹਦੇ ਵਤੀਰੇ ਵਾਲੇ ਪਾਸੇ ਅੰਗੇਜ ਕਰਕੇ ਦੁੱਖ ਦੇ ਰਿਹਾ। ਤੁਹਾਡਾ ਮੂੰਹ ਫਰਜ਼ ਕੀਤਾ ਐਨ ਉਹਨੇ ਮਤਲਬ ਬਣ ਗਿਆ, ਇਹ ਮਤਲਬ ਸ਼ੈਤਾਨ ਚਾਹੁੰਦਾ। ਜਦੋਂ ਤੁਸੀਂ ਉਹਦੇ ਲਈ ਦੁਆਗੋ ਹੋ ਗਏ, ਦੁਆ ਦੇ ਵਿੱਚ ਉਤਰ ਆਏ, ਤੇ ਤੁਹਾਨੂੰ ਸ਼ੈਤਾਨ ਤਾਂ ਆਪੇ ਦੁਖੀ ਹੋ ਕੇ ਉਹਨੇ ਤੁਹਾਨੂੰ ਛੱਡ ਜਾਣਾ ਫੌਰਨ, ਕਿ ਤੁਹਾਨੂੰ ਦੁੱਖ ਨਹੀਂ, ਫਿਰ ਤੁਸੀਂ ਉਸ ਦੁੱਖ ਚੋਂ ਬਾਹਰ ਨਿਕਲ ਆਏ ਕਿਉਂਕਿ ਤੁਸੀਂ ਕੁਝ ਹੋਰ ਕਰਨਾ ਸ਼ੁਰੂ ਕਰ ਲਿਆ। ਦੂਸਰਾ ਓਬੀਡੀਐਂਸ, ਮਤਲਬ ਜਿਹਨੂੰ ਆਪਾਂ ਕਹਿੰਦੇ ਆਗਿਆਕਾਰੀ। ਜਦੋਂ ਤੁਸੀਂ ਖੁਦਾ ਦੇ ਵਚਨ ਦੀ ਆਗਿਆਕਾਰੀ ਕਰ ਲਈ ਤੇ ਫਿਰ ਤੁਹਾਨੂੰ ਉਹਦੇ ਵਿੱਚੋਂ ਇਹਦਾ ਹੱਲ ਜਿਹੜਾ ਨਾ ਉਹ ਆਪਣੇ ਆਪ ਤੁਹਾਨੂੰ ਮਿਲ ਜਾਣਾ। ਤੁਸੀਂ ਉਹ ਗਲਤੀ ਦਾ ਵੀ ਨਹੀਂ ਬਣੋਗੇ ਜਿਹਦਾ ਈਵ ਬਣ ਗਈ, ਕਿਉਂਕਿ ਉਹਨੇ ਓਬੀਡੀਐਂਸ ਚੋਂ ਬਾਹਰ ਨਿਕਲ ਆਈ, ਕਿਉਂਕਿ ਆਗਿਆਕਾਰੀ ਚੋਂ ਬਾਹਰ ਨਿਕਲ ਆਈ, ਤਾਬਿਆਦਾਰੀ ਚੋਂ ਬਾਹਰ ਨਿਕਲ ਆਈ। ਓਬਵੀਅਸਲੀ ਤੁਸੀਂ ਤਾਬਿਆਦਾਰੀ ਜਿਹੜੀ ਆ ਉਹਦੇ ਵਿੱਚ ਰਹਿਣਾ, ਯਕੀਨ ਦੇ ਵਿੱਚ ਰਹਿਣਾ ਤੁਸੀਂ ਉਹ ਕਰਨੀ ਹੈ। ਇਸ ਕਰਕੇ ਤੁਹਾਨੂੰ ਕਾਮਯਾਬੀ ਜਿਹੜੀ ਆ ਉਹ ਤੁਹਾਡੀ ਪੱਕੀ ਆ। ਤੁਹਾਨੂੰ ਕੋਈ ਨਹੀਂ ਫਿਰ ਰੋਕ ਸਕਦਾ ਖੁਦਾ ਤੋਂ, ਤੁਸੀਂ ਉਹਦੇ ਕੰਮਾਂ ਤੋਂ ਬਾਜ਼ ਨਹੀਂ ਆਓਗੇ। ਤੁਸੀਂ ਹਮੇਸ਼ਾ ਉਹਦੇ ਨਾਲ ਰਹੋਗੇ ਜੁੜ ਕੇ, ਐਂਡ ਤੁਸੀਂ ਉਹਦੀ ਮਰਜ਼ੀ ਪੂਰਾ ਕਰਨ ਦੇ ਵਿੱਚ ਮਤਲਬ ਆਪਣੇ ਹਮੇਸ਼ਾ ਤਤਪਰ ਹੋਗੇ ਕਿ ਉਹਦੀ ਮਰਜ਼ੀ ਪੂਰਾ ਕਰਾਂ। ਤੁਸੀਂ ਕਹੋਗੇ ਇੱਕ ਵੀ ਸਾਜ਼ ਆਇਆ ਨਾ ਜਾਵੇ, ਉਹਦੀ ਮਰਜ਼ੀ 'ਚ ਲਿਆ ਜਾਵੇ, ਹੈ ਨਾ। ਜਦੋਂ ਤੁਸੀਂ ਇਸ ਰਫਤਾਰ ਦੇ ਨਾਲ ਦੌੜਨਾ ਸ਼ੁਰੂ ਹੋ ਗਏ ਤੇ ਫਿਰ ਜਿਹੜੀ ਤੁਹਾਡੀ ਜ਼ਿੰਦਗੀ ਆ ਉਹ ਜੈਲਸੀ ਜਿਹੜੀ ਕਦੀ ਤੁਹਾਡੀ ਜ਼ਿੰਦਗੀ ਨੂੰ ਨਹੀਂ ਵਰਤ ਸਕਦੀ। ਜੋ ਤੁਹਾਨੂੰ ਤੁਸੀਂ ਇਸ ਚੀਜ਼ ਦੇ ਵਿੱਚ ਜਦੋਂ ਮਤਲਬ ਇੰਨਾ ਤੇਜ਼ ਦੌੜਨਾ ਸ਼ੁਰੂ ਕਰ ਲਿਆ, ਤੇ ਫਿਰ ਜੈਲਸੀ ਤੁਹਾਨੂੰ ਨਹੀਂ ਕਿਸੇ ਵੀ ਤਰੀਕੇ ਨਾਲ ਇਨਫੈਕਸ਼ਨ ਤੁਹਾਨੂੰ ਨਹੀਂ ਉਹ ਕਰ ਸਕਦੇ। ਅਸੀਂ ਗਲਤ ਚੀਜ਼ਾਂ ਖਾ ਲਈਏ ਤਾਂ ਇਨਫੈਕਸ਼ਨ ਸਾਨੂੰ ਹੋ ਜਾਂਦਾ, ਤੁਹਾਨੂੰ ਫਿਰ ਜੈਲਸੀ ਦਾ ਇਨਫੈਕਸ਼ਨ ਜਿਹੜਾ ਨਾ ਉਹ ਨਹੀਂ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਕਰ ਸਕਦਾ। ਸੋ ਮੈਂ ਆਸ ਕਰਦੀ ਹਾਂ ਕਿ ਤੁਸੀਂ ਮੇਰੇ ਜਿਹੜੇ ਅੱਜ ਜਿਹੜੀ ਸਟੱਡੀ ਹੈਗੀ ਸੀ, ਜਿਹਦੇ ਵਿੱਚ ਅਸੀਂ ਦੇਖਿਆ, ਤੁਸੀਂ ਉਹਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਜ਼ਰੂਰ ਇੰਜੋਏ ਕਰੋਗੇ, ਉਹ ਤੋਂ ਬੈਨੀਫਿਟ ਵੀ ਕਰੋਗੇ। ਸੋ ਜੈਮਸੀ ਦੀ, ਹਰਸ਼ੈਮਸੀ ਦੀ, ਕੁਲਵਿੰਦਰ, ਤੁਸੀਂ ਹੈਮਸੀ ਦੀ। ਆਮੀਨ, ਆਮੀਨ, ਆਮੀਨ।